ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਤਜਹੁ ਸਿਆਨਪ ਸੁਰਜਨਹੁ ਸਿਮਰਹੁ ਹਰਿ ਹਰਿ ਰਾਏ। ਏਕ ਆਸ ਹਰਿ ਮਨ ਰਖਹੁ ਨਾਨਕ ਦੁਖ ਭਰਮ ਭਉ ਜਾਏ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਦੇਵਨ ਕਉ ਏਕੈ ਭਗਵਾਨ। ਜਿਸ ਕੈ ਦੀਐ ਰਹੈ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਮਾਰੈ ਰਾਖੈ ਏਕੋ ਆਪ ਮਾਨੁਖ ਕੈ ਕਿਛ ਨਾਹੀ ਹਾਥ। ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ। ਸਿਮਰ 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 ਪ੍ਰਭ ਸੋਇ ਨਾਨਕ ਬਿਘਨ ਨਾ ਲਾਗੈ ਕੋਇ। ਸ਼ਲੋਕ ਤਜਹੁ ਸਿਆਨਪ ਸੁਰਜਨਹੁ ਸਿਮਰਹੁ ਹਰਿ ਹਰਿ ਰਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆਪ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਜੋ ਸੁਖਮਨੀ ਸਾਹਿਬ ਪਾਵਨ ਅੰਮ੍ਰਿਤ ਰੂਪ ਬਾਣੀ ਹੈ, ਇਹ ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਦੇਣ ਹੈ। ਸੁਖਮਨੀ ਬਾਣੀ ਸਤਿਗੁਰੂ ਨੇ ਵਿਸ਼ੇਸ਼ ਕਰਕੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਦੀ ਖਾਤਰ ਹੀ ਉਚਾਰਨ ਕੀਤੀ ਹੈ। ਕਿਉਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪਤਾ ਸੀ ਕਲਯੁਗੀ ਜੀਵ ਜਿਹੜੇ ਕੋਈ ਹੋਰ ਪਹਿਲੇ ਯੁਗਾਂ ਦੇ ਧਰਮ ਕਰਮ ਸਨ, ਉਹਨਾਂ ਨੂੰ ਕਰਨ ਤੋਂ ਅਸਮਰੱਥ ਹਨ। ਨਾ ਇਹਨਾਂ ਦੇ ਕੋਲ ਇੰਨਾ ਬਲ ਹੈ, ਨਾ ਬੁੱਧੀ ਹੈ, ਨਾ ਸ਼ਕਤੀ ਹੈ, ਨਾ ਭਗਤੀ ਹੈ, ਨਾ ਮਾਇਆ ਹੈ, ਨਾ ਇਹਨਾਂ ਪਾਸ ਬਹੁਤ ਜ਼ਿਆਦਾ ਧਨ ਹੈ। ਇਹ ਕਿਵੇਂ ਆਪਣੇ ਜੀਵ ਦੀ ਕਲਿਆਣ ਕਰ ਸਕਦੇ ਹਨ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਐਸੀ ਸੁਖੀਨ ਬਾਣੀ ਉਚਾਰਨ ਕੀਤੀ। ਇਸ ਬਾਣੀ ਦੇ 24,000 ਅੱਖਰ ਹਨ। ਜਿਹੜਾ ਗੁਰਸਿੱਖ ਮਾਈ ਭਾਈ ਰੋਜ਼ਾਨਾ ਇਸ ਦਾ ਪਾਠ ਕਰਦਾ ਹੈ, ਉਹਦੇ 24 ਘੰਟਿਆਂ ਦੇ 24,000 ਸਵਾਸ ਸਫਲ ਹੁੰਦੇ ਹਨ। ਇਸ ਲਈ ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਸ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦਾ ਰੋਜ਼ਾਨਾ ਪਾਠ ਕਰਦੇ ਹਨ। ਕਈ ਐਸੇ ਵੀ ਪ੍ਰੇਮੀ ਹਨ ਜਿਹੜੇ ਇੱਕ ਤੋਂ ਵਧੇਕ, ਕੋਈ 2 ਵੀ, 4 ਵੀ, 5 ਵੀ, 7 ਤੱਕ ਵੀ ਪਾਠ ਕਰਦੇ ਹਨ। ਜਿਵੇਂ ਜਿਵੇਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ, ਉਸੇ ਤਰ੍ਹਾਂ ਇਹ ਸਤਿਗੁਰੂ ਦੀ ਬਾਣੀ ਮਿੱਠੀ ਲੱਗਦੀ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਾਗੇ ਮਨ ਦੀ ਨਿਸ਼ਾਨੀ ਕੀ ਹੁੰਦੀ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸੀ, ਮਨ ਜਾਗੇ ਕੀ ਇਹੀ ਨਿਸ਼ਾਨੀ ਪ੍ਰੇ ਲਾਗੈ ਔਰ ਸਤਿਗੁਰ ਬਾਣੀ। ਜਾਗੇ ਮਨ ਦੀ ਨਿਸ਼ਾਨੀ ਇਹ ਹੁੰਦੀ ਹੈ
ਤੁਹਾਨੂੰ ਸਤਿਗੁਰੂ ਦੀ ਬਾਣੀ ਮਿੱਠੀ ਪਿਆਰੀ ਲੱਗੇਗੀ। ਤੇ ਜਦੋਂ ਬਾਣੀ ਵਿੱਚੋਂ ਰਸ ਆਉਣ ਲੱਗ ਜਾਂਦਾ ਹੈ ਤੇ ਫਿਰ ਬਾਣੀ ਪੜ੍ਹਨ ਨੂੰ ਵੀ ਦਿਲ ਕਰਦਾ ਹੈ ਤੇ ਬਾਣੀ ਪੜ੍ਹ ਕੇ ਸਾਡੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਨੇ ਪਾਵਨ ਅੰਮ੍ਰਿਤ ਰੂਪ ਬਾਣੀ ਬਖਸ਼ਿਸ਼ ਕੀਤੀ ਹੈ। ਸੋ ਇਸ ਪਵਿੱਤਰ ਬਾਣੀ ਦੀਆਂ 13 ਅਸ਼ਟਪਦੀਆਂ ਦੀ ਵਿਚਾਰ ਸੰਪੂਰਨ ਹੋ ਚੁੱਕੀ ਹੈ। ਹੁਣ ਅੱਗੇ 14ਵੇਂ ਸ਼ਲੋਕ ਦੀ ਵਿਚਾਰ ਆਰੰਭ ਹੋ ਰਹੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਬਾਣੀ ਨੂੰ ਸ਼ਲੋਕ ਤੇ ਅਸ਼ਟਪਦੀ ਛੰਦ ਵਿੱਚ ਉਚਾਰਨ ਕੀਤਾ ਹੈ। ਸ਼ਲੋਕ ਦੋਹਰੇ ਸੋਰਠੇ ਦੀ ਕਿਸਮ ਦਾ ਇੱਕ ਛੰਦ ਹੈ ਤੇ ਅਸ਼ਟਪਦੀ ਚੌਪੀ ਦੀ ਰਚਨਾ ਦਾ ਇੱਕ ਛੰਦ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਸ਼ਲੋਕ ਉਚਾਰਨ ਕਰਦੇ ਹਨ। ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਤਜਹੋ ਸਿਆਣਪ ਸੁਰਜਨਹੁ ਸਿਮਰਹੁ ਹਰ ਹਰ ਰਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਇਹ ਗੁਰਮੁਖੋ ਤਜਹੋ ਸਿਆਣਪ ਸੁਰਜਨਹੁ, ਜਿਹੜਾ ਸੁਰਜਨੋ ਦੇਵਤਿਆਂ ਵਰਗੇ ਮਹਾਂਪੁਰਖੋ, ਜਿਹੜਾ ਦੇਵ ਸੁਭਾਅ ਵਾਲਾ ਵਿਅਕਤੀ ਹੋਵੇ ਉਹਨੂੰ ਸੁਰਜਨਹੁ, ਸੁਰਜਨੋ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਅਥਵਾ ਸੁਰਜਨੋ ਦਾ ਦੂਜਾ ਅਰਥ ਹੈ ਸੁਹਿਰਦ ਮਿੱਤਰੋ। ਸੁਹਿਰਦ ਮਿੱਤਰ ਉਹ ਹੁੰਦਾ ਹੈ ਜਿਹੜਾ ਅਕਿਰਤਮ ਤੇ ਅਕਾਰਨ ਵੀ ਪਿਆਰ ਕਰੇ। ਇੱਕ ਦੁਨੀਆ ਵਿੱਚ ਉਹ ਮਿੱਤਰ ਹੁੰਦੇ ਨੇ ਜੇ ਤੁਸੀਂ ਉਹਨਾਂ ਨਾਲ ਪਿਆਰ ਕਰੋ ਫਿਰ ਹੀ ਉਹ ਪਿਆਰ ਕਰਦੇ ਨੇ। ਸੁਹਿਰਦ ਮਿੱਤਰ ਉਹ ਹੁੰਦੇ ਨੇ ਤੁਸੀਂ ਪਿਆਰ ਕਰੋ ਚਾਹੇ ਨਾ ਕਰੋ ਫਿਰ ਵੀ ਤੁਹਾਡੇ ਨਾਲ ਪਿਆਰ ਕਰਦੇ ਰਹਿੰਦੇ ਨੇ। ਹਜ਼ੂਰ ਐਸੇ ਗੁਰਮੁਖਾਂ ਨੂੰ ਉਪਦੇਸ਼ ਦਿੰਦੇ ਹਨ, ਤਜਹੋ ਸਿਆਣਪ ਸੁਰਜਨਹੁ। ਇਹ ਸਾਡੇ ਸੁਹਿਰਦ ਮਿੱਤਰੋ, ਦਿਲ ਦੇ ਜਾਨੀਓ, ਦੇਵਤਿਆਂ ਵਰਗੇ ਮਹਾਂਪੁਰਖੋ, ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ, ਤਜਹੋ ਸਿਆਣਪ, ਤੁਸੀਂ ਆਪਣੀ ਬੁੱਧੀ ਦੀ ਸਿਆਣਪ ਛੱਡ ਦਿਓ ਤੇ ਫਿਰ ਹੋਰ ਕੀ ਕਰੀਏ। ਸਿਮਰਹੁ ਹਰ ਹਰ ਰਾਏ, ਜੋ ਸਾਰੇ ਪਾਪਾਂ ਨੂੰ ਹਰਨਾਸ਼ ਕਰਨ ਵਾਲਾ ਤੇ ਸਭ ਨੂੰ ਹਰੇ ਪਰੇ ਕਰਨ ਵਾਲਾ ਪਾਤਸ਼ਾਹ ਪਰਮੇਸ਼ਰ ਹੈ, ਬਈ ਉਹਦਾ ਸਿਮਰਨ ਕਰੋ। ਕਿਉਂਕਿ ਸਿਮਰਨ ਦੁਆਰਾ ਸੁਖ ਪ੍ਰਾਪਤ ਹੁੰਦੇ ਨੇ ਤੇ ਸਿਆਣਪ ਦੇ ਨਾਲ ਸਾਨੂੰ ਕੁਝ ਵੀ ਨਹੀਂ ਪ੍ਰਾਪਤ ਹੋ ਸਕਦਾ। ਕਿਉਂਕਿ ਹਜ਼ੂਰ ਦੇ ਬਚਨ ਨੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਚਾਹੇ ਮਨੁੱਖ ਦੇ ਕੋਲ ਹਜ਼ਾਰਾਂ ਹੀ ਸਿਆਣਪਾਂ ਕਿਉਂ ਨਾ ਹੋਣ, ਪਰ ਪਰਮੇਸ਼ਰ ਦੇ ਸਾਹਮਣੇ ਇੱਕ ਵੀ ਨਹੀਂ ਜਾਂਦੀ। ਇਸੇ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ ਕਿ ਗੁਰਮੁਖੋ ਵਾਹਿਗੁਰੂ ਦਾ ਸਿਮਰਨ ਕਰੋ। ਜਿਹੜੀ ਬੁੱਧੀ ਦੀ ਸਿਆਣਪ ਹੈ, ਬੁੱਧੀ ਦੀ ਚਤੁਰਾਈ ਹੈ, ਇਹਨੂੰ ਛੱਡ ਦਿਓ। ਏਕ ਆਸ ਹਰ ਮਨ ਰਖੋ, ਨਾਨਕ ਦੁਖ ਭਰਮ ਭਉ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਬਸ ਇੱਕੋ ਹੀ ਆਸ ਉਸ ਪ੍ਰਭੂ ਦੀ ਮਨ ਵਿੱਚ ਰੱਖੋ। ਇਹਦਾ ਫਲ ਕੀ ਹੋਵੇਗਾ? ਨਾਨਕ ਦੁਖ ਭਰਮ ਭਉ ਜਾਏ। ਤੁਹਾਡਾ ਦੁੱਖ ਵੀ ਤੇ ਭਰਮ ਵੀ ਤੇ ਡਰ ਵੀ ਇਹ ਸਾਰੇ ਹੀ ਚਲੇ ਜਾਣਗੇ। ਕਿਉਂਕਿ ਸਭ ਤੋਂ ਪਹਿਲਾਂ ਭਰਮ ਪੈਂਦਾ ਤੇ ਭਰਮ ਤੋਂ ਅੱਗੇ ਡਰ ਪੈਦਾ ਹੁੰਦਾ ਤੇ ਡਰ ਦੇ ਨਾਲ ਦੁੱਖ ਸਾਨੂੰ ਪ੍ਰਤੀਤ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਜਦੋਂ ਤੁਸੀਂ ਇੱਕ ਵਾਹਿਗੁਰੂ ਦੀ ਆਸ ਮਨ ਵਿੱਚ ਰੱਖੋਗੇ, ਤਰ ਜੀਰੇ ਇੱਕ ਟੇਕ ਤੋਂ ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ। ਫਿਰ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਰਹੇਗੀ। ਤੁਹਾਡਾ ਦੁੱਖ ਵੀ ਤੇ ਭਰਮ ਵੀ ਤੇ ਡਰ ਵੀ ਸਭ ਚਲਿਆ ਜਾਵੇਗਾ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਲੋ ਆਮ ਮਨੁੱਖ ਦਾ ਇੱਕ ਸੁਭਾਅ ਬਣਿਆ ਹੋਇਆ ਹੈ। ਹਰ ਮਨੁੱਖ ਕਿਸੇ ਦੂਸਰੇ ਮਨੁੱਖ ਦੀ ਆਸ ਰੱਖਦਾ ਹੈ ਵੀ ਇਹ ਮੇਰਾ ਕੰਮ ਕਰੇਗਾ, ਮੇਰੀ ਲੋੜ ਪੂਰੀ ਕਰੇਗਾ। ਕਿਸੇ ਹੱਦ ਤੱਕ ਇਹ ਗੱਲ ਸੱਚੀ ਵੀ ਹੈ। ਕਈ ਐਸੇ ਕੰਮ ਹੁੰਦੇ ਨੇ ਦੂਸਰਿਆਂ ਦੀ ਮਦਦ ਤੋਂ ਬਿਨਾਂ ਪੂਰੇ ਵੀ ਨਹੀਂ ਹੋ ਸਕਦੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਨਸੀਹਤ ਦਿੰਦੇ ਹਨ ਕਿ ਇਹ ਦੁਨੀਆ ਦੇ ਲੋਗੋ, ਇਹ ਗੁਰਮੁਖੋ, ਮਹਾਂਪੁਰਖੋ,
ਮਨੁੱਖ ਦੀ ਟੇਕ ਤੇ ਸਾਰੀ ਵਿਅਰਥੀ ਹੁੰਦੀ, ਇਸ ਗੱਲ ਨੂੰ ਜਾਣ ਲਓ। ਕਿਉਂਕਿ ਬੰਦੇ ਦਾ ਬੰਦਾ ਬਣਨਾ ਇਹ ਕੋਈ ਅਕਲਮੰਦੀ ਦੀ ਗੱਲ ਨਹੀਂ। ਹਾਂ, ਉਸ ਵਾਹਿਗੁਰੂ ਪਰਮੇਸ਼ਰ ਦਾ ਦਾਸ ਬਣਨਾ, ਉਹਦੇ ਪਾਸੋਂ ਮੰਗਣਾ, ਇਹ ਗੱਲ ਸਮਝ ਵਾਲੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਮਨੁੱਖ ਦੀ ਟੇਕ ਤਾਂ ਸਾਰੀ ਵਿਅਰਥ ਹੁੰਦੀ, ਇਸ ਗੱਲ ਨੂੰ ਜਾਣ ਲਓ। ਦੇਵਨ ਕੋ ਏਕੈ ਭਗਵਾਨ, ਕਿਉਂਕਿ ਸਭ ਦਾਤਾ ਦੇਣ ਵਾਲਾ ਦਾਤਾ ਤੇ ਇੱਕ ਭਗਵਾਨ ਹੈ। ਤੁਸੀਂ ਜੋ ਮੰਗਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਮੰਗੋ, ਕਿਸੇ ਮਨੁੱਖ ਦੇ ਅੱਗੇ ਹੱਥ ਕਿਉਂ ਅੱਡਦੇ ਹੋ। ਇੱਕ ਮਹਾਂਪੁਰਖ ਬੜੀ ਸੁੰਦਰ ਸਾਖੀ ਵੀ ਸਰਵਣ ਕਰਾਉਂਦੇ ਸਨ। ਇੱਕ ਵਾਰ ਅਕਬਰ ਬਾਦਸ਼ਾਹ ਸ਼ਿਕਾਰ ਖੇਡਣ ਵਾਸਤੇ ਗਿਆ। ਜੰਗਲ ਦੇ ਵਿੱਚ ਕਿਸੇ ਸ਼ਿਕਾਰ ਦੇ ਮਗਰ ਲੱਗਿਆ ਇੰਨੇ ਦੂਰ ਚਲਿਆ ਗਿਆ, ਨਾਲ ਦੇ ਸਾਥੀ ਵੀ ਵਿਛੜ ਗਏ ਤੇ ਅਖੀਰ ਅਕਬਰ ਬਾਦਸ਼ਾਹ ਨੂੰ ਬੜੀ ਪਿਆਸ ਲੱਗੀ। ਉਹਨੇ ਇੱਧਰ ਉੱਧਰ ਨਿਗਾਹ ਮਾਰੀ, ਨਾ ਕੋਈ ਨੌਕਰ ਚਾਕਰ ਦਿਖਾਈ ਦਿੱਤਾ, ਨਾ ਹੀ ਕੋਈ ਅਹਿਲਕਾਰ, ਨਾ ਹੀ ਕੋਈ ਹੋਰ ਵਜ਼ੀਰ ਦਿਖਾਈ ਦਿੱਤਾ ਤੇ ਬੜਾ ਬੇਬਲ ਹੋਇਆ। ਪਿਆਸ ਬੜੀ ਲੱਗੀ ਹੈ, ਜਾਨ ਲਵਾਂ ਦੇ ਵਿੱਚ ਆਈ ਹੋਈ ਹੈ। ਇੱਧਰ ਉੱਧਰ ਨਿਗਾਹ ਮਾਰੀ, ਕੀ ਵੇਖਿਆ, ਇੱਕ ਦੂਰ ਕੋਈ ਜ਼ਿਮੀਂਦਾਰ ਹਲ ਵਾਹ ਰਿਹਾ ਸੀ। ਉਸ ਪਾਸੇ ਉਹਦੀ ਦ੍ਰਿਸ਼ਟੀ ਚਲੀ ਗਈ ਤੇ ਇਸਨੇ ਘੋੜਾ ਦੌੜਾਇਆ ਤੇ ਫਟਾਫਟ ਉਸ ਜ਼ਿਮੀਂਦਾਰ ਕੋਲ ਚਲਾ ਗਿਆ। ਉਹ ਵੀ ਰੱਬ ਦਾ ਭਗਤ ਸੀ, ਧਾਰਮਿਕ ਖਿਆਲਾਂ ਦਾ ਬੰਦਾ ਸੀ, ਕੋਈ ਗੁਰਸਿੱਖ ਹੋਵੇਗਾ। ਤੇ ਉਹਦੇ ਪਾਸ ਜਾ ਕੇ ਬਾਦਸ਼ਾਹ ਨੇ ਪਾਣੀ ਮੰਗਿਆ ਤੇ ਉਸ ਦੇ ਪਾਸ ਇੱਕ ਘੜਾ ਭਰ ਕੇ ਪਾਣੀ ਦਾ ਰੱਖਿਆ ਹੋਇਆ ਸੀ ਤੇ ਉਸਨੇ ਉਸ ਘੜੇ ਵਿੱਚੋਂ ਠੰਡਾ ਜਲ ਬਾਦਸ਼ਾਹ ਨੂੰ ਛਕਾਇਆ ਤੇ ਬਾਦਸ਼ਾਹ ਬੜਾ ਖੁਸ਼ ਹੋਇਆ। ਕਹਿਣ ਲੱਗਾ ਵੀ ਤੂੰ ਅੱਜ ਮੈਨੂੰ ਪਿਆਸੇ ਨੂੰ ਪਾਣੀ ਪਿਆਇਆ ਹੈ, ਤੂੰ ਮੇਰੀ ਜਾਨ ਬਚਾਈ ਹੈ, ਇਸ ਲਈ ਮੈਂ ਤੇਰਾ ਦੇਣ ਦੇ ਨਹੀਂ ਸਕਦਾ, ਪਰ ਇੱਕ ਗੱਲ ਜ਼ਰੂਰ ਹੈ, ਮੈਂ ਬਾਦਸ਼ਾਹ ਹਾਂ, ਤੈਨੂੰ ਜਦੋਂ ਵੀ ਕਦੇ ਕੋਈ ਲੋੜ ਪਵੇ ਤੂੰ ਮੇਰੇ ਕੋਲ ਆ ਜਾਵੀਂ, ਜੋ ਵੀ ਚਾਹੀਦਾ ਹੋਵੇ ਉਹ ਮੇਰੇ ਪਾਸੋਂ ਲੈ ਲਵੀਂ। ਉਹ ਗੁਰਸਿੱਖ ਕਹਿਣ ਲੱਗਾ, ਸਤ ਬਚਨ ਜੀ। ਇੰਨੀ ਗੱਲ ਕਹਿ ਕੇ ਬਾਦਸ਼ਾਹ ਤੇ ਆ ਗਿਆ ਤੇ ਉਸਨੇ ਇੱਕ ਨਿਸ਼ਾਨੀ ਵਜੋਂ ਉਹਨੂੰ ਇੱਕ ਛਾਪ, ਇੱਕ ਮੁੰਦਰੀ ਦੇ ਦਿੱਤੀ। ਉਹਨੂੰ ਕਹਿਣ ਲੱਗਾ, ਲੈ ਮੇਰੀ ਨਿਸ਼ਾਨੀ, ਜਦੋਂ ਵੀ ਤੂੰ ਮੈਨੂੰ ਮਿਲਣ ਵਾਸਤੇ ਆਵੇਂ ਤੇ ਜਿਹੜੇ ਮੇਰੇ ਨੌਕਰ ਚਾਕਰ ਸੰਤਰੀ ਹੋਣਗੇ ਜਾਂ ਬਾਡੀਗਾਰਡ ਹੋਣਗੇ ਉਹਨਾਂ ਨੂੰ ਇਹ ਨਿਸ਼ਾਨੀ ਦਿਖਾ ਦੇਵੀਂ, ਤੈਨੂੰ ਕੋਈ ਰੋਕੇਗਾ ਨਹੀਂ। ਕਹਿਣ ਲੱਗਾ, ਚਲੋ ਠੀਕ ਹੈ। ਬਾਦਸ਼ਾਹ ਆਪਣੀ ਇੱਕ ਨਿਸ਼ਾਨੀ ਦੇ ਕੇ ਵਾਪਸ ਚਲਿਆ ਗਿਆ। ਕੁਛ ਦੇਰ ਤੋਂ ਬਾਅਦ ਉਸ ਗੁਰਸਿੱਖ ਦੇ ਮਨ ਦੇ ਵਿੱਚ ਖਿਆਲ ਆਇਆ, ਬਈ ਬਾਦਸ਼ਾਹ ਮੇਰਾ ਮਿੱਤਰ ਬਣਿਆ ਹੋਇਆ ਹੈ, ਜਿਹੜੀ ਚੀਜ਼ ਦੀ ਕੋਈ ਘਰ ਦੇ ਵਿੱਚ ਲੋੜ ਹੈ ਤੇ ਮੈਂ ਉਸ ਦੇ ਪਾਸੋਂ ਜਾ ਕੇ ਲੈ ਸਕਦਾ ਹਾਂ। ਤੇ ਉਹਨੇ ਘਰੇ ਸਲਾਹ ਕੀਤੀ। ਕਹਿਣ ਲੱਗਾ ਵੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਬਾਦਸ਼ਾਹ ਮੇਰਾ ਦੋਸਤ ਬਣਿਆ ਹੋਇਆ, ਜੇ ਕਿਸੇ ਚੀਜ਼ ਦੀ ਵੀ ਘਰ ਦੇ ਵਿੱਚ ਲੋੜ ਹੈ ਤੇ ਮੈਨੂੰ ਦੱਸੋ। ਘਰ ਦੇ ਕਹਿਣ ਲੱਗੇ, ਕਹਿੰਦੇ ਵੀ ਜੇ ਤੇਰੀ ਬਾਦਸ਼ਾਹ ਦੇ ਨਾਲ ਦੋਸਤੀ ਬਣ ਗਈ, ਹੋਰ ਤੈਨੂੰ ਕੀ ਚਾਹੀਦਾ, ਤੇ ਤੂੰ ਉਹਦੇ ਕੋਲੋਂ ਜਾ ਕੇ ਕੁਝ ਵੀ ਮੰਗ ਸਕਦਾ। ਚਲੋ ਇੱਕ ਦਿਨ ਕਿਸੇ ਚੀਜ਼ ਦੀ ਘਰ ਦੇ ਵਿੱਚ ਲੋੜ ਮਹਿਸੂਸ ਹੋਈ ਤੇ ਉਹ ਗੁਰਸਿੱਖ ਦਿੱਲੀ ਵਿੱਚ ਚਲਾ ਗਿਆ। ਤੇ ਜਦੋਂ ਦਿੱਲੀ ਵਿੱਚ ਗਿਆ, ਉਸ ਦਿਨ ਕੁਦਰਤੀ ਤੌਰ ਤੇ ਜੁਮੇ ਦਾ ਦਿਨ ਸੀ। ਜੁਮੇ ਦੇ ਦਿਨ ਮੁਸਲਮਾਨ ਲੋਕ ਨਮਾਜ਼ ਪੜ੍ਹਦੇ ਨੇ ਤੇ ਬਾਦਸ਼ਾਹ ਵੀ ਉਸ ਦਿਨ ਨਮਾਜ਼ ਪੜ੍ਹਨ ਵਾਸਤੇ ਸ਼ਾਹੀ ਮਸਜਿਦ ਵਿੱਚ ਗਿਆ ਹੋਇਆ ਸੀ। ਉਹ ਲਾਲ ਕਿਲੇ ਦੇ ਸਾਹਮਣੇ ਜਾਮਾ ਮਸਜਿਦ ਹੈ, ਉੱਥੇ ਅਕਬਰ ਬਾਦਸ਼ਾਹ ਨਮਾਜ਼ ਪੜ੍ਹਨ ਵਾਸਤੇ ਗਿਆ ਹੋਇਆ ਸੀ। ਜਦੋਂ ਉਹ ਗੁਰਸਿੱਖ ਗਿਆ, ਉਸਨੇ ਜਾ ਕੇ ਪੁੱਛਿਆ ਵੀ ਬਾਦਸ਼ਾਹ ਕਿੱਥੇ ਹੈ। ਉਸ ਦੇ ਨੌਕਰ ਕਹਿਣ ਲੱਗੇ, ਬਾਦਸ਼ਾਹ ਤੇ ਨਮਾਜ਼ ਪੜ੍ਹ ਰਿਹਾ ਹੈ। ਉਹਨੇ ਉਹ ਛਾਪ ਦਿਖਾਈ, ਨਿਸ਼ਾਨੀ ਦਿਖਾਈ। ਉਹ ਕਹਿੰਦੇ ਵੀ ਤੈਨੂੰ ਕੋਈ ਨਹੀਂ ਰੋਕ ਸਕਦਾ, ਤੂੰ ਸਿੱਧਾ ਜਾ ਕੇ ਬਾਦਸ਼ਾਹ ਨੂੰ ਮਿਲ ਸਕਦਾ। ਹੁਣ ਜਿੱਥੇ ਬਾਦਸ਼ਾਹ ਨਮਾਜ਼ ਪੜ੍ਹ ਰਿਹਾ ਸੀ, ਉਹ ਗੁਰਸਿੱਖ ਉੱਥੇ ਚਲਾ ਗਿਆ ਤੇ ਉਸਨੇ ਜਾ ਕੇ ਪਹਿਲੀ ਵਾਰ ਦੇਖਿਆ ਕਿ ਉਹ ਬਾਦਸ਼ਾਹ ਵੀ ਜਦੋਂ ਨਮਾਜ਼ ਪੜ੍ਹ ਰਿਹਾ ਸੀ ਤੇ ਉਹ ਵੀ ਖੁਦਾ ਦੇ ਅੱਗੇ ਦੁਆ ਕਰ ਰਿਹਾ ਸੀ, ਦੋਵੇਂ ਹੱਥ ਅੱਡ ਕੇ ਕੁਛ ਮੰਗ ਰਿਹਾ ਸੀ। ਤੇ ਇਹ ਜਦੋਂ ਸਾਰੀ ਗੱਲ ਵੇਖੀ, ਉਸ ਗੁਰਸਿੱਖ ਦੇ ਮਨ ਦੇ ਵਿੱਚ ਇੱਕ ਐਸਾ ਖਿਆਲ ਆਇਆ। ਕਹਿਣ ਲੱਗਾ, ਓਏ ਮੈਂ ਤੇ ਬਾਦਸ਼ਾਹ ਦੇ ਕੋਲ ਇਸ ਲਈ ਆਇਆ ਸੀ
ਇਹ ਕਹਿੰਦਾ ਮੈਂ ਬਾਦਸ਼ਾਹ ਹਾਂ, ਮੇਰੇ ਕੋਲ ਬਹੁਤ ਕੁਝ ਹੈ, ਪਰ ਇਹ ਤੇ ਆਪ ਹੱਥ ਅੱਡੀ ਖੜਾ ਹੈ, ਪਤਾ ਨਹੀਂ ਕਿਹਦੇ ਮੂਹਰੇ ਕੀ ਮੰਗ ਰਿਹਾ ਹੈ, ਇਹ ਮੈਨੂੰ ਕੀ ਦੇ ਸਕਦਾ ਹੈ। ਇਹ ਤੇ ਕੁਦਰਤੀ ਗੱਲ ਹੈ ਨਾ, ਮਨ ਦੇ ਵਿੱਚ ਕੋਈ ਖਿਆਲ ਆ ਜਾਣਾ। ਹੁਣ ਜਦੋਂ ਬਾਦਸ਼ਾਹ ਨੇ ਨਮਾਜ਼ ਪੂਰੀ ਕੀਤੀ ਤੇ ਉਸ ਨੂੰ ਸੰਦੇਸ਼ ਮਿਲਿਆ ਵੀ ਤੇਰਾ ਕੋਈ ਮਿੱਤਰ ਤੈਨੂੰ ਮਿਲਣ ਵਾਸਤੇ ਆਇਆ। ਉਹ ਕਹਿਣ ਲੱਗਾ ਵੀ ਲਿਆਓ ਮੇਰੇ ਕੋਲ। ਉਸ ਗੁਰਸਿੱਖ ਜ਼ਿਮੀਂਦਾਰ ਨੂੰ ਬਾਦਸ਼ਾਹ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਬਾਦਸ਼ਾਹ ਉਸ ਨੂੰ ਵੇਖ ਕੇ ਪਛਾਣ ਕੇ ਬੜਾ ਖੁਸ਼ ਹੋਇਆ। ਕਹਿੰਦਾ ਹਾਂ, ਇਹ ਮੇਰਾ ਬੜਾ ਪੱਕਾ ਦੋਸਤ ਹੈ, ਇਹਨੇ ਮੈਨੂੰ ਇੱਕ ਵਾਰੀ ਪਿਆਸੇ ਨੂੰ ਪਾਣੀ ਪਿਆਇਆ ਸੀ। ਤੇ ਬੜਾ ਖੁਸ਼ ਹੋਇਆ ਤੇ ਨਾਲ ਹੀ ਉਹਨੂੰ ਕਹਿਣ ਲੱਗਾ ਵੀ ਤੂੰ ਦੱਸ ਤੈਨੂੰ ਕੀ ਚਾਹੀਦਾ, ਕਿਉਂਕਿ ਮੈਂ ਬਾਦਸ਼ਾਹ ਹਾਂ, ਤੂੰ ਜੋ ਵੀ ਆਖੇ ਉਹੀ ਮੈਂ ਤੈਨੂੰ ਦੇ ਸਕਦਾ ਹਾਂ। ਉਸ ਗੁਰਸਿੱਖ ਨੇ ਬਾਦਸ਼ਾਹ ਨੂੰ ਆਖਿਆ ਮੈਂ ਮੰਗਾਂਗਾ ਤਾਂ ਫੇਰ, ਪਰ ਪਹਿਲਾਂ ਮੈਨੂੰ ਇੱਕ ਗੱਲ ਦਾ ਜਵਾਬ ਦੇ। ਬਾਦਸ਼ਾਹ ਕਹਿਣ ਲੱਗਾ ਪੁੱਛ ਕੀ ਪੁੱਛਦਾ ਹੈ। ਉਹ ਗੁਰਸਿੱਖ ਕਹਿਣ ਲੱਗਾ ਬਾਦਸ਼ਾਹ ਤੂੰ ਕਹਿੰਦਾ ਮੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਹੋਇਆ ਹੈ, ਪਰ ਅੱਜ ਤੂੰ ਜਦੋਂ ਨਮਾਜ਼ ਪੜ੍ਹ ਰਿਹਾ ਸੀ ਤੇ ਤੂੰ ਵੀ ਹੱਥ ਅੱਡੇ ਹੋਏ ਸਨ, ਤੂੰ ਕੀ ਮੰਗ ਰਿਹਾ ਸੀ, ਕਿਹਦੇ ਕੋਲੋਂ ਮੰਗ ਰਿਹਾ ਸੀ, ਇਸ ਗੱਲ ਦਾ ਜਵਾਬ ਦੇ। ਜਦੋਂ ਇੰਨੀ ਗੱਲ ਉਸ ਗੁਰਸਿੱਖ ਨੇ ਆਖੀ ਤੇ ਬਾਦਸ਼ਾਹ ਅਕਬਰ ਸੋਚੀ ਪੈ ਗਿਆ ਤੇ ਆਖਰ ਉਸਨੇ ਮਾਲਵੀ ਜੀ ਜ਼ੁਬਾਨ ਦੇ ਵਿੱਚ ਆਖਿਆ। ਕਹਿਣ ਲੱਗਾ ਮੈਂ ਤੇ ਉਸ ਅੱਲਾਹ ਤਾਲਾ ਤੋਂ ਖੈਰ ਮੰਗ ਰਿਹਾ ਸੀ। ਤੇ ਫਿਰ ਉਹ ਗੁਰਸਿੱਖ ਕਹਿਣ ਲੱਗਾ ਜਿਸ ਅੱਲਾਹ ਤਾਲਾ ਤੋਂ ਤੂੰ ਖੈਰ ਮੰਗ ਰਿਹਾ ਸੀ ਤੇ ਕੀ ਉਹ ਮੈਨੂੰ ਖੈਰ ਨਹੀਂ ਪਾਵੇਗਾ? ਉਹ ਕਹਿੰਦਾ ਨਹੀਂ, ਤੈਨੂੰ ਵੀ ਪਾ ਸਕਦਾ ਹੈ, ਪਰ ਤੂੰ ਮੈਨੂੰ ਦੱਸ ਤੈਨੂੰ ਚਾਹੀਦਾ ਕੀ ਹੈ, ਮੈਂ ਉਹੀ ਤੈਨੂੰ ਸਭ ਕੁਝ ਦੇ ਸਕਦਾ ਹਾਂ। ਉਹ ਗੁਰਸਿੱਖ ਇੰਨਾ ਬੇਪਰਵਾਹ ਸੀ, ਉਹਨੂੰ ਕਹਿਣ ਲੱਗਾ ਓਏ ਤੇਰੇ ਮੰਗਤੇ ਕੋਲੋਂ ਮੈਂ ਕੀ ਮੰਗਣਾ, ਮੈਂ ਤੇ ਦਾਤੇ ਕੋਲੋਂ ਹੀ ਮੰਗਾਂਗਾ। ਇੰਨੀ ਗੱਲ ਕਹਿ ਕੇ ਵਾਪਸ ਮੁੜ ਆਇਆ ਤੇ ਬਾਦਸ਼ਾਹ ਅਕਬਰ ਹੈਰਾਨ ਤੇ ਪਰੇਸ਼ਾਨ ਹੋ ਕੇ ਪਿੱਛੇ ਦੇਖਦਾ ਹੀ ਰਹਿ ਗਿਆ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਹਨ, ਮਾਨੋ ਕਿ ਟੇਕ ਬਿਰਥੀ ਸਭ ਜਾਣ। ਇਹ ਦੁਨੀਆ ਦੇ ਲੋਕੋ ਕਿਸੇ ਮਨੁੱਖ ਦੀ ਟੇਕ ਤਾਂ ਬਿਅਰਥੀ ਹੁੰਦੀ, ਇਸ ਗੱਲ ਨੂੰ ਜਾਣ ਲਓ। ਅਸਲੀ ਦਾਤਾਂ ਦੇਣ ਵਾਲਾ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਜਿਸ ਕੈ ਦੀਐ ਰਹਿ ਅਗਾਏ। ਲੋ ਵਾਹਿਗੁਰੂ ਪਰਮੇਸ਼ਰ ਇੱਕੋ ਵਾਰ ਇੰਨਾ ਦੇ ਦਿੰਦਾ ਹੈ ਜਿਸ ਦੇ ਦੇਣ ਦੇ ਨਾਲੇ ਮਨੁੱਖ ਐਨ ਤ੍ਰਿਪਤ ਹੋ ਜਾਂਦਾ ਹੈ, ਰੱਜ ਜਾਂਦਾ ਹੈ, ਇਸ ਦੀਆਂ ਭੁੱਖਾਂ ਲੈ ਜਾਂਦੀਆਂ ਹਨ। ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਤੇ ਵਾਹਿਗੁਰੂ ਇਸ ਮਨੁੱਖ ਨੂੰ ਐਸੀ ਸਬਰ ਸ਼ੁਕਰ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ ਕਿ ਜਿਸ ਨੂੰ ਪ੍ਰਾਪਤ ਕਰਕੇ ਮੁੜ ਕੇ ਕੋਈ ਤ੍ਰਿਸ਼ਨਾ, ਕੋਈ ਪਿਆਸ ਆ ਕੇ ਲੱਗਦੀ ਹੀ ਨਹੀਂ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਭੁੱਖਾਂ ਸਭ ਗਵਾਈਆਂ। ਜਿਹਨੂੰ ਅਕਾਲ ਪੁਰਖ ਵਾਹਿਗੁਰੂ ਨਾਮ ਦਾ ਆਧਾਰ ਬਖਸ਼ਿਸ਼ ਕਰ ਦੇਵੇ ਤੇ ਉਹਨਾਂ ਦੀਆਂ ਸਭ ਭੁੱਖਾਂ ਦੂਰ ਹੋ ਜਾਂਦੀਆਂ ਨੇ। ਉਹ ਵਾਹਿਗੁਰੂ ਐਸੀ ਦਾਤ ਮਨੁੱਖ ਨੂੰ ਦੇ ਦਿੰਦਾ ਹੈ ਤੇ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਐਨ ਪੂਰਨ ਤੌਰ ਤੇ ਤ੍ਰਿਪਤ ਹੋ ਜਾਂਦਾ ਹੈ, ਫਿਰ ਦੁਬਾਰਾ ਮੁੜ ਕੇ ਇਸ ਨੂੰ ਭੁੱਖ ਪਿਆਸ ਲੱਗਦੀ ਹੀ ਨਹੀਂ ਹੈ। ਮਾਰੈ ਰਾਖੈ ਏਕੋ ਆਪ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਵੇਂ ਨਾ ਕਿਸੇ ਤੋਂ ਡਰਦੇ ਰਹੋ, ਮਾਰਨ ਵਾਲਾ ਵੀ ਤੇ ਰੱਖਣ ਵਾਲਾ ਵੀ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਇਹ ਫੈਸਲਾ ਹੈ, ਜੰਮਣ ਮਰਨਾ ਹੁਕਮ ਹੈ, ਪਾਣੈ ਆਵੈ ਜਾਏ। ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਗੱਲ ਸਮਝਾ ਦਿੱਤੀ, ਜੋਰ ਨਾ ਜੀਵਨ ਮਰਨ ਨਾ ਜੋਰ। ਨਾ ਕਿਸੇ ਦਾ ਜਿਉਣ ਦੇ ਵਿੱਚ ਜ਼ੋਰ ਚੱਲਦਾ ਹੈ, ਨਾ ਮਰਨ ਦੇ ਵਿੱਚ ਹੀ ਕਿਸੇ ਦਾ ਜ਼ੋਰ ਚੱਲਦਾ ਹੈ। ਜਦੋਂ ਸਮਾਂ ਆ ਜਾਂਦਾ ਹੈ ਉਸ ਵੇਲੇ ਨਾ ਤੇ ਕੋਈ ਆਉਂਦੇ ਨੂੰ ਰੋਕ ਸਕਦਾ ਤੇ ਨਾ ਜਾਂਦੇ ਨੂੰ ਕੋਈ ਰੋਕ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐਵੇਂ ਨਾ ਕਿਸੇ ਤੋਂ ਡਰਦੇ ਫਿਰੋ, ਮਾਰਨ ਵਾਲਾ ਤੇ ਰੱਖਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਹੈ। ਮਾਨੁਖ ਕੈ ਕਿਛ ਨਾਹੀ ਹਾਥ। ਹਜ਼ੂਰ ਕਹਿੰਦੇ ਸਮਨੁੱਖ ਦੇ ਹੱਥ ਵਾਸਤਾ ਕੁਝ ਹੈ ਹੀ ਨਹੀਂ ਹੈ। ਇਹ ਤੇ ਐਵੇਂ ਵਾਧੂ ਹੰਕਾਰ ਦੇ ਵਿੱਚ ਹੀ ਭਰਿਆ ਹੋਇਆ ਤੇ ਮਸ਼ਕ ਵਾਂਗੂ ਫੁੱਲਿਆ ਰਹਿੰਦਾ ਹੈ। ਇਸ ਕਾ ਹੁਕਮ ਬੂਝ ਸੁਖ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਮਨਾ ਤੂੰ ਉਸ ਵਾਹਿਗੁਰੂ ਦਾ ਹੁਕਮ ਬੁੱਝ, ਉਸ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮਨ,
ਸੁਖ ਹੋਏ, ਇਹਦੇ ਵਿੱਚ ਤੈਨੂੰ ਆਤਮਿਕ ਸੁਖ ਪ੍ਰਾਪਤ ਹੋਵੇਗਾ। ਤਿਸ ਕਾ ਨਾਮ ਰਖ ਕੰਠ ਪਰੋਏ। ਤੇ ਫਿਰ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਪਣੇ ਕੰਠ ਵਿੱਚ ਪਰੋ ਕੇ ਰੱਖ। ਇਹਦਾ ਮਤਲਬ ਇਹ ਹੈ ਵੀ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਸਿਮਰ 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 ਪ੍ਰਭ ਸੋਏ। ਲੋ ਹਜ਼ੂਰ ਅੱਗੇ ਫਰਮਾਉਂਦੇ ਨੇ ਕਿ ਐ ਜੀਵ ਤੂੰ ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਸਵਾਸ ਸਵਾਸ ਕਰਕੇ ਵੀ, ਰੋਮ ਰੋਮ ਕਰਕੇ ਵੀ ਉਸ ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਨਾਨਕ ਬਿਘਨ ਨਾ ਲਾਗੈ ਕੋਏ। ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਤੈਨੂੰ ਕਿਸੇ ਕਿਸਮ ਦਾ ਵੀ ਵਿਘਨ ਨਹੀਂ ਲੱਗੇਗਾ। ਜਦੋਂ ਮਨੁੱਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਫਿਰ ਇਹਦੇ ਸਾਰੇ ਵਿਘਨ ਦੂਰ ਹੋ ਜਾਂਦੇ ਹਨ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਜਹੈ ਹਰ ਸਿਮਰਨ ਭਇਆ ਤਹੈ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਹਜ਼ੂਰ ਕਹਿੰਦੇ ਨੇ ਜਦੋਂ ਤੂੰ ਵਾਹਿਗੁਰੂ ਦਾ ਸਿਮਰਨ ਕਰੇਗਾ ਤੇ ਫਿਰ ਕੋਈ ਕਿਸੇ ਕਿਸਮ ਦਾ ਤੈਨੂੰ ਵਿਘਨ ਨਹੀਂ ਲੱਗੇਗਾ। ਉਸਤਤ ਮਨ ਮਹਿ ਕਰ ਨਿਰੰਕਾਰ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਸਾਡੇ ਮਨ ਨੂੰ ਸਮਝਾਉਂਦੇ ਹਨ ਕਿ ਐ ਜੀਵ ਤੂੰ ਉਸ ਨਿਰੰਕਾਰ ਦੀ, ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਆਪਣੇ ਮਨ ਵਿੱਚ ਉਸਤਤ ਕਰ। ਇੱਕ ਤਾਂ ਹੁੰਦੀ ਨਾ ਜ਼ੁਬਾਨ ਤੋਂ ਹੀ, ਕੱਲੀ ਜ਼ੁਬਾਨ ਤੋਂ ਹੀ ਵਾਹਿਗੁਰੂ ਦੀ ਉਸਤਤ ਨਾ ਕਰ ਤੇ ਆਪਣੇ ਮਨ ਵਿੱਚ ਵੀ ਉਸ ਵਾਹਿਗੁਰੂ ਦੀ ਉਸਤਤ ਕਰਿਆ ਕਰ। ਕਰ ਮਨ ਮੇਰੇ ਸਤ ਵਿਵਹਾਰ। ਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਮਨ ਨੂੰ ਕਹਿ ਕੇ ਐ ਮਨਾ ਤੂੰ ਹਮੇਸ਼ਾ ਲਈ ਸੱਚ ਦਾ ਵਪਾਰ ਕਰਿਆ ਕਰ। ਭਾਵ ਜਦੋਂ ਤੂੰ ਸੰਸਾਰਕ ਵੀ ਕੋਈ ਕਾਰ ਵਿਹਾਰ ਕਰਨਾ ਹੈ ਉਹਦੇ ਵਿੱਚ ਸੱਚ ਦਾ ਪੱਲਾ ਨਾ ਛੱਡਿਆ ਕਰ, ਕਿਉਂਕਿ ਅਕਸਰ ਦੇਖਣ ਦੇ ਵਿੱਚ ਹੀ ਆਉਂਦਾ ਹੈ ਤੇ ਸੰਸਾਰੀ ਕਾਰ ਵਿਹਾਰ ਦੇ ਵਿੱਚ ਆਦਮੀ ਕਈ ਵਾਰੀ ਬਿਨਾਂ ਮਤਲਬ ਤੋਂ ਹੀ ਝੂਠ ਬੋਲਣ ਲੱਗ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ ਕਰ ਮਨ ਮੇਰੇ ਸਤ ਵਿਵਹਾਰ। ਐ ਮੇਰੇ ਮਨ ਤੂੰ ਸੱਚਾ ਵਪਾਰ ਕਰ, ਸੱਚ ਦਾ ਵਪਾਰ ਕਰ, ਸੱਚ ਦਾ ਪੱਲਾ ਨਾ ਛੱਡ, ਕਿਉਂਕਿ ਸਤਿਗੁਰੂ ਦੇ ਬਚਨ ਹੈ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਆਖਰ ਸੱਚ ਨੇ ਤੇਰੇ ਨਾਲ ਨਿਭਣਾ ਤੇ ਝੂਠ ਨੇ ਤੇਰਾ ਸਾਥ ਨਹੀਂ ਦੇਣਾ। ਇਸੇ ਲਈ ਸਤਿਗੁਰੂ ਕਹਿੰਦੇ ਤੂੰ ਸੱਚ ਦਾ ਵਪਾਰ ਕਰਿਆ ਕਰ, ਨਾ ਕਦੇ ਝੂਠ ਬੋਲਿਆ ਕਰ, ਨਾ ਕਦੇ ਘੱਟ ਤੋਲਿਆ ਕਰ, ਨਾ ਕਿਸੇ ਨਾਲ ਧੋਖਾ ਕਰਿਆ ਕਰ, ਨਾ ਹੀ ਕਿਸੇ ਨਾਲ ਠੱਗੀਆਂ ਮਾਰਿਆ ਕਰ। ਜੇ ਤੂੰ ਵਿਵਹਾਰ ਵੀ ਕਰਨਾ ਸੱਚ ਦਾ ਕਰਿਆ ਕਰ। ਜਾਂ ਦੂਜਾ ਇਸ ਦਾ ਮਤਲਬ ਇਹ ਵੀ ਹੈ ਵੀ ਐ ਮਨਾ ਤੂੰ ਸੱਚਾ ਵਪਾਰ ਕਰ। ਉਹ ਸੱਚਾ ਵਪਾਰ ਕਿਹੜਾ ਹੈ? ਉਹ ਹੈ ਨਾਮ ਦਾ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਇਹ ਜਿਹੜਾ ਨਾਮ ਦਾ ਸੱਚਾ ਵਪਾਰ ਕਰਿਆ ਕਰ। ਨਿਰਮਲ ਰਸਨਾ ਅੰਮ੍ਰਿਤ ਪੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਤੂੰ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦੇ ਨਿਰਮਲ ਦਾ ਅਰਥ ਹੈ ਮਹਾਨ ਪਵਿੱਤਰ ਨਾਮ ਅੰਮ੍ਰਿਤ ਰਸ ਨੂੰ ਵੀ ਪੀਆ ਕਰ। ਸਦਾ ਸੁਹੇਲਾ ਕਰ ਲੇਹ ਜੀਓ। ਤੇ ਐ ਮਨਾ ਤੂੰ ਆਪਣੇ ਜੀਵ ਨੂੰ, ਆਪਣੀ ਆਤਮਾ ਨੂੰ ਹਮੇਸ਼ਾ ਲਈ ਸੁਖੀ ਕਰ ਲੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਅੰਮ੍ਰਿਤ ਰਸ ਨੂੰ ਪੀਂਦਾ ਹੈ, ਉਹਦੀ ਆਤਮਾ ਨੂੰ ਔਰ ਉਹਦੀ ਜ਼ਮੀਰ ਨੂੰ, ਉਹਦੀ ਰੂਹ ਨੂੰ ਵੀ ਸੁਖ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ। ਨੈਨਹੁ ਪੇਖ ਠਾਕੁਰ ਕਾ ਰੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ ਤੂੰ ਆਪਣੇ ਨੇਤਰਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੁਦਰਤ ਦੇ ਨਜ਼ਾਰੇ ਦੇਖ, ਕਿਉਂਕਿ ਕੁਦਰਤ ਦੇ ਵੀ ਕਈ ਐਸੇ ਚਮਤਕਾਰ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਕੇ ਮਨ ਹੈਰਾਨ ਹੋ ਜਾਂਦਾ ਹੈ। ਸਾਧ ਸੰਗ ਬਿਨਸੈ ਸਭ ਸੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਵੀ ਕਰਿਆ ਕਰ। ਕਿਉਂ? ਸਾਧ ਸੰਗਤ ਕਰਨ ਦੇ ਨਾਲ ਬਿਨਸੈ ਸਭ ਸੰਗ, ਵੀ ਜਿਹੜੇ ਹੋਰ ਮਾੜੇ ਪੁਰਸ਼ ਨੇ, ਕੁਸੰਗੀ ਪੁਰਸ਼ ਨੇ, ਉਹਨਾਂ ਦੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਜਦੋਂ ਆਪਾਂ ਚੰਗੀ ਸੰਗਤ ਵਿੱਚ ਆ ਜਾਈਏ ਕੁਸੰਗਤ ਤੋਂ ਬਚ ਜਾਈਦਾ ਹੈ। ਚਰਨ ਚਲੋ ਮਾਰਗ ਗੋਬਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਕਿੰਨੀ ਸਿੱਖਿਆ, ਸੁੰਦਰ ਸਿੱਖਿਆ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਭਾਈ ਆਪਣੇ ਪੈਰਾਂ ਦੇ ਨਾਲ, ਚਰਨ ਦਾ ਅਰਥ ਹੈ ਪੈਰ, ਆਪਣੇ ਪੈਰਾਂ ਦੇ ਨਾਲ ਸਾਨੂੰ ਗੋਬਿੰਦ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ।
ਭਾਵ ਗੁਰਧਾਮਾਂ ਦੀ ਯਾਤਰਾ ਕਰਨੀ ਚਾਹੀਦੀ ਹੈ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਨੇ ਚਾਹੀਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ, ਚਾਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗਾਏ ਹੋਏ ਲੇਤ ਹੈ। ਜਿਹੜਾ ਗੁਰਸਿੱਖ ਮਾਈ ਪਾਈ ਇੱਕ ਕਦਮ ਸਤਿਗੁਰੂ ਵੱਲ ਚੱਲਦਾ ਹੈ ਤੇ ਸਤਿਗੁਰੂ ਕਰੋੜਾਂ ਕਦਮ ਉਸ ਗੁਰਸਿੱਖ ਦੇ ਸਵਾਗਤ ਲਈ ਅੱਗੇ ਆ ਕੇ ਖਲੋ ਜਾਂਦੇ ਨੇ। ਕਿੰਨਾ ਵੱਡਾ ਪਿਆਰ ਹੈ, ਕਿੰਨਾ ਵੱਡਾ ਸਤਿਕਾਰ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਆਪਣੇ ਪੈਰਾਂ ਦੇ ਨਾਲ ਉਸ ਗੋਬਿੰਦ ਦੇ ਮਾਰਗ ਤੇ ਚੱਲੋ। ਇਹਦਾ ਅੰਤਰੀ ਭਾਵ ਇਹ ਹੈ, ਤੁਸੀਂ ਉਸ ਵਾਹਿਗੁਰੂ ਦੇ ਭਗਤੀ ਦੇ ਗੁਰਸਿੱਖੀ ਮਾਰਗ ਤੇ ਚੱਲਣਾ ਹੈ। ਮਿਟੇ ਪਾਪ ਜਪੀਐ ਹਰ ਬਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿੰਦ ਦਾ ਅਰਥ ਹੈ ਵੀ ਥੋੜੇ ਸਮੇਂ ਦੇ ਵਿੱਚ। ਬਿੰਦ ਕਹਿੰਦੇ ਨੇ ਪੰਜਾਬੀ ਦਾ ਸ਼ਬਦ ਹੈ ਬਿੰਦਕ, ਠਹਿਰ ਜਾ, ਭਾਵ ਥੋੜਾ ਜਿਹਾ ਸਮਾਂ। ਹਜ਼ੂਰ ਕਹਿੰਦੇ ਨੇ ਜਦੋਂ ਥੋੜੇ ਥੋੜੇ ਸਮੇਂ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਜਪੀਦਾ ਹੈ, ਮਿਟਹਿ ਪਾਪ, ਇਹਦੇ ਨਾਲ ਪਾਪ ਮਿਟ ਜਾਂਦੇ ਹਨ। ਭਾਵ ਜ਼ਿੰਦਗੀ ਦਾ ਕੋਈ ਪਲ, ਕੋਈ ਹਿੱਸਾ, ਥੋੜੇ ਤੋਂ ਥੋੜਾ ਸਮਾਂ ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਹੀਂ ਗਵਾਉਣਾ ਚਾਹੀਦਾ। ਮਿਟਹਿ ਪਾਪ ਜਪੀਐ ਹਰ ਬਿੰਦ। ਜਦੋਂ ਥੋੜੇ ਥੋੜੇ ਕਾਲ ਦੇ ਵਿੱਚ ਵੀ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ, ਇਹਦੇ ਨਾਲ ਸਾਡੇ ਪਾਪ ਮਿਟ ਜਾਂਦੇ ਹਨ। ਕਰ ਹਰ ਕਰਮ ਸ਼ਰਵਨ ਹਰ ਕਥਾ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਰ ਹਰ ਕਰਮ, ਵੀ ਕਰ ਦਾ ਅਰਥ ਹੈ ਹੱਥ। ਇਹਨਾਂ ਹੱਥਾਂ ਦੇ ਨਾਲ ਵਾਹਿਗੁਰੂ ਦੇ ਕਰਮ ਕਰੋ। ਵਾਹਿਗੁਰੂ ਦੇ ਕਰਮ ਕਿਹੜੇ ਨੇ? ਵੀ ਸੇਵਾ, ਸਿਮਰਨ, ਭਗਤੀ। ਹਜ਼ੂਰ ਕਹਿੰਦੇ ਨੇ ਇਹਨਾਂ ਹੱਥਾਂ ਦੇ ਨਾਲ ਸੇਵਾ ਕਰੋ ਤੇ ਸ਼ਰਵਣ ਹਰ ਕਥਾ, ਤੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਕਥਾ ਸੁਣੋ। ਭਾਵ ਅਸੀਂ ਗੁਰੂ ਘਰ ਆਉਨੇ ਹਾਂ, ਇੱਥੇ ਗੁਰੂ ਦੇ ਲੰਗਰ ਦੀ ਸੇਵਾ ਵੀ ਕਰਨੀ ਹੁੰਦੀ ਹੈ, ਸੰਗਤਾਂ ਨੇ ਲੰਗਰ ਛਕਣਾ ਹੁੰਦਾ ਹੈ। ਹੱਥਾਂ ਦੇ ਨਾਲ ਵਾਹਿਗੁਰੂ ਦਾ ਕਰਮ ਕੀ ਹੈ? ਸੇਵਾ। ਹੱਥਾਂ ਦੇ ਨਾਲ ਸੇਵਾ ਕਰੋ ਤੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਕਥਾ ਸੁਣਿਆ ਕਰੋ। ਹਰ ਦਰਗਹਿ ਨਾਨਕ ਉਜਲ ਮੱਥਾ। ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਤੇਰਾ ਮੱਥਾ ਉਜਲ ਹੋਵੇਗਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਜਿਹੜਾ ਸੰਗਤ ਵਿੱਚ ਆ ਕੇ ਸੇਵਾ ਵੀ ਕਰਦਾ ਹੈ ਤੇ ਨਾਲ ਗੁਰਬਾਣੀ ਦੀ ਕਥਾ ਵੀ ਸੁਣਦਾ ਹੈ, ਹਜ਼ੂਰ ਕਹਿੰਦੇ ਐਸਾ ਕਰਨ ਦੇ ਨਾਲ ਦਰਗਾਹ ਦੇ ਵਿੱਚ ਮੱਥਾ ਮੁਖ ਉਜਲ ਹੋ ਜਾਂਦਾ ਹੈ। ਬੜ ਭਾਗੀ ਤੇ ਜਨ ਜਗ ਮਾਹੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਸੰਸਾਰ ਦੇ ਵਿੱਚ ਉਹੀ ਜਨ ਗੁਰਸਿੱਖ ਮਾਈ ਪਾਈ ਸਭ ਤੋਂ ਵੱਡੇ ਭਾਗਾਂ ਵਾਲੇ ਹਨ। ਸਦਾ ਸਦਾ ਹਰ ਕੇ ਗੁਣ ਗਾਹੇ। ਜਿਹੜੇ ਸਦਾ ਸਦਾ ਦਾ ਅਰਥ ਹੈ ਵੀ ਰੋਜ਼ ਰੋਜ਼, ਹਮੇਸ਼ਾ ਹਮੇਸ਼ਾ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਭਾਵ ਬਾਣੀ ਪੜ੍ਹਦੇ ਹਨ, ਸਿਫਤ ਸਲਾਹ ਕਰਦੇ ਹਨ। ਰਾਮ ਨਾਮ ਜੋ ਕਰਹਿ ਵਿਚਾਰ। ਲੋ ਹਜ਼ੂਰ ਕਹਿੰਦੇ ਨੇ, ਜਿਹੜੇ ਗੁਰਸਿੱਖ ਮਾਈ ਪਾਈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਿਚਾਰ ਕਰਦੇ ਹਨ, ਸੇ ਧਨਵੰਤ ਗਨੀ ਸੰਸਾਰ। ਬਈ ਉਹੀ ਸੰਸਾਰ ਦੇ ਵਿੱਚ ਧਨਵੰਤ ਦਾ ਅਰਥ ਹੈ ਵੀ ਧਨਵਾਨ ਵਿਚਾਰੀ ਦੇ ਨੇ। ਭਾਵ ਜਿਹੜੇ ਵਾਹਿਗੁਰੂ ਦੇ ਨਾਮ ਦੀ ਹੀ ਵਿਚਾਰ ਕਰਦੇ ਨੇ, ਵੀ ਉਹ ਅਸਲੀ ਧਨਵਾਨ, ਅਸਲੀ ਧਨਾੜ, ਅਸਲੀ ਸ਼ਾਹ ਉਹੀ ਸੰਸਾਰ ਦੇ ਵਿੱਚ ਗਿਣੇ ਜਾਂਦੇ ਹਨ। ਮਨ ਤਨ ਮੁਖ ਬੋਲਹਿ ਹਰ ਮੁਖੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਨ ਕਰਕੇ ਵੀ, ਤਨ ਕਰਕੇ ਵੀ ਤੇ ਮੁਖ ਕਰਕੇ ਵੀ ਬੋਲਹਿ ਹਰ ਮੁਖੀ, ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ ਨੇ, ਜੋ ਸਾਰਿਆਂ ਤੋਂ ਮੁਖੀ ਹੈ, ਸਾਰਿਆਂ ਤੋਂ ਪ੍ਰਧਾਨ ਹੈ, ਸਾਰਿਆਂ ਤੋਂ ਵੱਡਾ ਹੈ। ਜਿਹੜੇ ਮਨ ਕਰਕੇ, ਤਨ ਕਰਕੇ, ਮੁਖ ਬਾਣੀ ਕਰਕੇ ਉਸ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦੇ ਹਨ, ਸਦਾ ਸਦਾ ਜਾਨਹੁ ਤੇ ਸੁਖੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਗੱਲ ਨੂੰ ਜਾਣ ਲਓ, ਉਹ ਗੁਰਸਿੱਖ ਮਾਈ ਪਾਈ ਹਮੇਸ਼ਾ ਹਮੇਸ਼ਾ ਸੁਖੀ ਹੁੰਦੇ ਹਨ, ਜਿਹੜੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਨਾਮ ਨੂੰ, ਉਹਦੇ ਜਸ ਨੂੰ ਉਚਾਰਨ ਕਰਦੇ ਹਨ। ਏਕੋ ਏਕ ਏਕ ਪਛਾਨੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਅਥਵਾ ਤਿੰਨੇ ਕਾਲਾਂ ਦੇ ਵਿੱਚ, ਭੂਤ ਭਵਿੱਖ ਵਰਤਮਾਨ ਕਾਲ ਦੇ ਅੰਦਰ ਇੱਕ ਵਾਹਿਗੁਰੂ ਨੂੰ ਪਛਾਣਦਾ ਹੈ, ਇਤ ਉਤ ਕੀ ਉਹ ਸੋਝੀ ਜਾਣੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਇਤ ਉਤ ਪੜਨਾਵੀ ਸ਼ਬਦ ਨੇ,
ਉਹ ਲੋਕ ਤੇ ਪਰਲੋਕ ਦੀ ਸੋਝੀ ਨੂੰ ਜਾਣ ਲੈਂਦਾ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਵੀ ਇੱਥੇ ਸੰਸਾਰ ਦੇ ਵਿੱਚ ਕੀ ਵਰਤਣ ਵਾਲਾ ਹੈ ਤੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੀ ਹੋਣ ਵਾਲਾ ਹੈ। ਦੇਖ ਲਓ, ਏਡੀ ਵੱਡੀ ਸਰਬੱਗਤਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਸ ਦਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਮੰਨ ਜਾਂਦਾ ਹੈ, ਨਾਨਕ ਤਿਨਹਿ ਨਿਰੰਜਨ ਜਾਣਿਆ। ਲਓ ਭਾਈ, ਫਿਰ ਉਸੇ ਨੇ ਉਸ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ ਹੈ। ਇਹਦਾ ਮਤਲਬ ਇਹ ਹੈ ਵੀ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ, ਨਾਮ ਸਿਮਰਨ ਦੁਆਰਾ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਣਾ ਇਹ ਸਿੱਖੀ ਦਾ ਸਿਧਾਂਤ ਹੈ। ਗੁਰ ਪ੍ਰਸਾਦ ਆਪਣੇ ਆਪ ਸੁਝੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਦੋਂ ਮਨੁੱਖ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇ, ਆਪਣ ਆਪ ਸੁਝੈ, ਫਿਰ ਉਹਨੂੰ ਆਪਣੇ ਆਪੇ ਦੀ ਵੀ ਸੋਝੀ ਆ ਜਾਂਦੀ ਹੈ। ਹੁਣ ਤੱਕ ਤੇ ਸਾਨੂੰ ਇਹੀ ਨਹੀਂ ਪਤਾ ਲੱਗਦਾ ਵੀ ਸਾਡਾ ਆਪਣਾ ਆਪਾ ਹੈ ਕੀ। ਚਾਹੇ ਠੀਕ ਹੈ, ਸਾਡੇ ਵਿੱਚੋਂ ਬਹੁਤ ਸਾਰੇ ਕਈ ਪੜ੍ਹੇ ਲਿਖੇ ਵਿਦਵਾਨ ਸੱਜਣ ਵੀ ਹੋਣਗੇ, ਕਈ ਗੁਰਬਾਣੀ ਦੀ ਵੀ ਸੋਝੀ ਰੱਖਣ ਵਾਲੇ ਹੋਣਗੇ, ਹੋਰ ਵਿਦਿਆ ਦੇ ਵੀ ਗਿਆਤੇ ਹੋਣਗੇ, ਪਰ ਹਰ ਮਨੁੱਖ ਨੂੰ ਹਾਲੇ ਇਹੀ ਪਤਾ ਨਹੀਂ ਲੱਗ ਰਿਹਾ ਵੀ ਮੈਂ ਕੀ ਹਾਂ, ਆਪਾ ਕੀ ਹੈ। ਹਜ਼ੂਰ ਕਹਿੰਦੇ ਨੇ, ਗੁਰੂ ਦੀ ਕਿਰਪਾ ਦੇ ਨਾਲ ਹੀ ਆਪਣੇ ਆਪੇ ਦੀ ਸੋਝੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਮਹਾਰਾਜ ਹੀ ਸਮਝਾਉਂਦੇ ਨੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਨ। ਇਉਂ ਗੁਰੂ ਦੀ ਕਿਰਪਾ ਨਾਲ ਆਪਣੇ ਵਾਸਤਵ ਸਰੂਪ ਦੀ ਸੋਝੀ ਪ੍ਰਾਪਤ ਹੁੰਦੀ ਹੈ। ਤਿਸ ਕੀ ਜਾਣਹੁ ਤ੍ਰਿਸ਼ਨਾ ਬੁਝੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਨੂੰ ਆਪਣੇ ਆਪੇ ਦੀ ਸੋਝੀ ਪ੍ਰਾਪਤ ਹੋ ਜਾਵੇ ਤੇ ਫਿਰ ਇਸ ਗੱਲ ਨੂੰ ਜਾਣ ਲਓ, ਉਸ ਦੀ ਸਾਰੀ ਤ੍ਰਿਸ਼ਨਾ ਵੀ, ਪਿਆਸ ਵੀ ਬੁਝ ਜਾਂਦੀ ਹੈ। ਸਾਧ ਸੰਗ ਹਰ ਹਰ ਜਸ ਕਹਿਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਹੜਾ ਸਾਧ ਸੰਗਤ ਵਿੱਚ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦਾ ਹੈ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਉਹ ਹਰੀ ਦਾ ਜਨ, ਹਰੀ ਦਾ ਦਾਸ, ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਹੀ ਰੋਗਾਂ ਤੋਂ ਰਹਿਤ, ਸਾਰੇ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਮਨ ਦਿਨ ਕੀਰਤਨ ਕੇਵਲ ਵਖਿਆਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਹੜਾ ਕੇਵਲ ਦਾ ਅਰਥ ਹੈ ਵੀ ਨਿਰੋਗ, ਦਿਨ ਰਾਤ ਵਾਹਿਗੁਰੂ ਦੇ ਜਸ ਕੀਰਤਨ ਨੂੰ ਹੀ ਉਚਾਰਨ ਕਰਦਾ ਰਹਿੰਦਾ ਹੈ। ਗ੍ਰਹਿਸਥ ਮੈਂ ਸੋਈ ਨਿਰਬਾਨ। ਇਹ ਗ੍ਰਹਸਥ ਮੈਂ ਸੋਈ ਨਿਰਬਾਨ ਉਚਾਰਨ ਕਰਨਾ ਹੈ। ਗ੍ਰਹਸਥ ਮੈਂ ਸੋਈ ਨਿਰਬਾਨ, ਉਹ ਇਸ ਗ੍ਰਸਥ ਜੀਵਨ ਦੇ ਵਿੱਚ, ਭਾਵ ਆਪਣੇ ਘਰ-ਬਾਰੀ ਤੇ ਪਰਿਵਾਰਕ ਜੀਵਨ ਦੇ ਵਿੱਚ ਹਮੇਸ਼ਾ ਨਹੀਂ ਨਿਰਬਾਨ ਹੋ ਕੇ, ਉਦਾਸੀਨ ਹੋ ਕੇ ਵਰਤਦਾ ਹੈ। ਉਹ ਮਾਇਆ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕੇ ਇੱਕ ਸਾਧੂ ਤੇ ਇੱਕ ਮਹਾਂਪੁਰਖ ਬਣਦਾ ਹੈ, ਕਿਉਂਕਿ ਨਿਰਬਾਨ ਇੱਕ ਭੇਖ ਦਾ ਵੀ ਨਾਮ ਹੈ ਤੇ ਨਿਰਬਾਨ ਇੱਕ ਆਤਮਕ ਉੱਚੀ ਅਵਸਥਾ ਦਾ ਵੀ ਨਾਮ ਹੈ। ਕਹਿੰਦੇ ਫਲਾਨਾ ਮਹਾਂਪੁਰਖ ਤੇ ਨਿਰਬਾਨ ਪਦ ਨੂੰ ਪਹੁੰਚਿਆ ਹੋਇਆ। ਨਿਰਬਾਨ ਪਦ ਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਦੁੱਖ ਸੁੱਖ ਹਰ ਸ਼ੋਕ ਤੋਂ ਰਹਿਤ ਜੋ ਉੱਚੀ ਆਤਮਕ ਅਵਸਥਾ ਹੈ, ਉਸ ਨੂੰ ਨਿਰਵਾਣ ਕਹਿੰਦੇ ਨੇ। ਲਓ, ਜਿਹੜਾ ਦਿਨ ਰਾਤ ਆਪਣੇ ਪਰਿਵਾਰਕ ਜੀਵਨ ਦੇ ਵਿੱਚ ਰਹਿ ਕੇ ਵਾਹਿਗੁਰੂ ਦੇ ਕੀਰਤਨ ਨੂੰ ਉਚਾਰਨ ਕਰਦਾ ਹੈ, ਭਾਵ ਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਰਹਿੰਦਾ ਹੈ, ਤੇ ਫਿਰ ਉਹ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਤੇ ਉਹ ਪੂਰਨ ਨਿਰਵਾਣ ਸਾਧੂ ਬਣ ਜਾਂਦਾ ਹੈ, ਭਾਵ ਇੱਕ ਪੂਰਨ ਬ੍ਰਹਮ ਗਿਆਨੀ ਸ਼ਾਂਤ ਅਵਸਥਾ ਵਾਲਾ ਗੁਰਸਿੱਖ ਬਣ ਜਾਂਦਾ ਹੈ। ਏਕ ਉਪਰ ਜਿਸ ਜਨ ਕੀ ਆਸਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਿਸ ਮਨੁੱਖ ਦੀ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਆਸ ਹੁੰਦੀ ਹੈ, ਤਿਸ ਕੀ ਕਟਿਐ ਜਮ ਕੀ ਫਾਸਾ। ਤੇ ਫਿਰ ਭਾਈ ਉਸਦੀ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ, ਭਾਵ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਹੀ ਆਸ ਰੱਖਣੀ ਚਾਹੀਦੀ ਹੈ। ਤੇ ਜਿਹੜਾ ਮਨੁੱਖ ਇੱਕ ਵਾਹਿਗੁਰੂ ਦੀ ਆਸ ਰੱਖਦਾ ਹੈ, ਫਿਰ ਉਹਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਮਹਾਂਪੁਰਖ ਇੱਕ ਬੜੀ ਸੁੰਦਰ ਸਾਖੀ ਸੁਣਾਉਂਦੇ ਸਨ। ਕੋਈ ਰਾਜਾ ਸੀ, ਉਹਦੇ ਘਰ ਦੇ ਵਿੱਚ ਸੰਤਾਨ ਨਹੀਂ ਸੀ ਹੋਈ, ਤੇ ਬੜੇ ਜੋਤਸ਼ੀਆਂ ਨੂੰ ਵੀ ਪੁੱਛਿਆ ਗਿਆ, ਪੰਡਤ ਪਾਧਿਆਂ ਨੂੰ ਵੀ ਪੁੱਛਿਆ ਗਿਆ, ਪਰ ਕੋਈ ਗੱਲ ਨਾ ਬਣੀ। ਆਖਰਕਾਰ ਕਿਸੇ ਨੇ ਰਾਜੇ ਨੂੰ ਇਹ ਗੱਲ ਆਖ ਦਿੱਤੀ। ਕਹਿਣ ਲੱਗੇ, ਜਿਹੜੀ ਦੇਵੀ ਹੈ ਬੜੀ ਸ਼ਕਤੀਸ਼ਾਲੀ ਹੈ,
ਜੇ ਤੂੰ ਦੇਵੀ ਨੂੰ ਕਿਸੇ ਮਨੁੱਖ ਦੀ ਬਲੀ ਚੜਾ ਦੇਵੇਂ ਤੇ ਦੇਵੀ ਖੁਸ਼ ਹੋ ਕੇ ਤੈਨੂੰ ਵਰਦਾਨ ਦੇਵੇਗੀ, ਤੇਰੇ ਘਰ ਪੁੱਤਰ ਪੈਦਾ ਹੋ ਸਕਦਾ ਜਿਹੜਾ ਤੇਰੇ ਰਾਜ ਨੂੰ ਸੰਭਾਲ ਸਕਦਾ। ਹੁਣ ਰਾਜੇ ਪੁਰਾਣੇ ਸਮੇਂ ਦੇ ਵਿੱਚ ਆਪਣੇ ਸੁਭਾਅ ਵੱਖਰੇ ਹੀ ਰੱਖਦੇ ਸਨ ਤੇ ਉਹਨੇ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਫਿਰਵਾ ਦਿੱਤਾ ਬਈ ਜੇ ਕਿਸੇ ਨੇ ਆਪਣਾ ਕੋਈ ਪੁੱਤਰ ਵੇਚਣਾ ਹੋਵੇ ਤੇ ਉਹਨੂੰ ਮੂੰਹ ਮੰਗੀ ਦੌਲਤ ਮੈਂ ਦੇ ਸਕਦਾ ਹਾਂ, ਕੋਈ ਖੁਸ਼ੀ ਖੁਸ਼ੀ ਆਪਣਾ ਪੁੱਤਰ ਮੈਨੂੰ ਦੇਵੇ। ਜਦੋਂ ਇਹ ਗੱਲ ਸਾਰੇ ਸ਼ਹਿਰ ਦੇ ਵਿੱਚ ਆਖੀ ਗਈ ਤਾਂ ਇੱਕ ਸ਼ਾਹੂਕਾਰ ਆਦਮੀ ਸੀ, ਉਹਦੇ 4 ਪੁੱਤਰ ਸਨ, 3 ਤਾਂ ਉਹਦੇ ਆਖੀ ਅਨੁਸਾਰ ਚੱਲਦੇ ਸਨ, ਕੋਈ ਹੋਰ ਘਰ ਦੇ ਕੰਮਕਾਰ ਸਾਰੇ ਕਰਦੇ ਸਨ। ਜਿਹੜਾ ਚੌਥਾ ਸੀ ਉਹ ਧਾਰਮਿਕ ਖਿਆਲਾਂ ਦਾ ਆਦਮੀ ਸੀ, ਉਹ ਹਮੇਸ਼ਾ ਗੁਰੂ ਘਰ ਜਾਵੇ, ਉੱਥੇ ਬਾਣੀ ਪੜ੍ਹੇ, ਸੇਵਾ ਕਰੇ, ਜ਼ਿਆਦਾ ਸਮਾਂ ਉਹ ਸੰਗਤ ਵਿੱਚ ਹੀ ਗੁਜ਼ਾਰਦਾ ਸੀ। ਤੇ ਹੁਣ ਉਹ ਸ਼ਾਹੂਕਾਰ ਵੀ ਸਾਰਾ ਪਰਿਵਾਰ ਉਸ ਤੋਂ ਬੜਾ ਅੱਕਿਆ ਹੋਇਆ ਸੀ, ਕਿਉਂਕਿ ਜਿਹੜੇ ਸੰਸਾਰੀ ਲੋਕ ਨੇ ਉਹ ਤਾਂ ਇਹ ਸਮਝਦੇ ਨੇ ਵੀ ਜਿਹੜੇ ਸਾਡੇ ਧੀਆਂ ਪੁੱਤਰ ਨੇ ਉਹ ਕਮਾਊ ਪੁੱਤ ਬਣਨ, ਕੰਮਕਾਰ ਕਰਨ, ਪੈਸੇ ਲਿਆਉਣ, ਫਿਰ ਉਹ ਖੁਸ਼ ਹੁੰਦੇ ਆ। ਤੇ ਜੇ ਹੁਣ ਕੋਈ ਬਾਣੀ ਪੜ੍ਹੇ, ਘਰੇ ਬੈਠ ਕੇ ਕੋਈ ਰੱਬ ਦਾ ਨਾਂ ਲਵੇ, ਉਹਨੂੰ ਕੋਈ ਬਰਦਾਸ਼ਤ ਨਹੀਂ ਕਰਦਾ। ਹੁਣ ਇਹ ਸੰਸਾਰੀ ਲੋਕਾਂ ਦੀ ਇਹ ਗੱਲ ਹੈ। ਤੇ ਹੁਣ ਉਹ ਸੋਚਣ ਲੱਗੇ ਵੀ ਇਹ ਜਿਹੜਾ ਸਾਡਾ ਛੋਟਾ ਮੁੰਡਾ ਹੈ ਇਹ ਤੇ ਕੰਮਕਾਰ ਤੇ ਕੋਈ ਕਰਦਾ ਹੀ ਨਹੀਂ ਹੈ, ਤੇ ਹੁਣ ਰਾਜੇ ਵੱਲੋਂ ਸਾਨੂੰ ਮੂੰਹ ਮੰਗੀ ਦੌਲਤ ਮਿਲੇਗੀ, ਕਿਉਂ ਨਾ ਆਪਾਂ ਵੀ ਮਾਇਆ ਲੈ ਲਈਏ, ਆਪਾਂ ਇਹ ਤੋਂ ਲੈਣਾ ਵੀ ਕੀ ਹੈ। ਉਸ ਮਾਇਆ ਦੇ ਲਾਲਚ ਦੇ ਵਿੱਚ ਤੇ ਉਸਨੇ ਆਪਣਾ ਪੁੱਤਰ ਵੇਚ ਦਿੱਤਾ। ਚਲੋ ਮਾਇਆ ਤੇ ਮਿਲ ਗਈ ਤੇ ਉਸਨੇ ਆਪਣੇ ਪੁੱਤਰ ਨੂੰ ਵੇਚ ਦਿੱਤਾ। ਤੇ ਜਦੋਂ ਪੁੱਤਰ ਨੂੰ ਵੇਚਿਆ ਤੇ ਉਸ ਤੋਂ ਬਾਅਦ ਰਾਜਾ ਬੜਾ ਖੁਸ਼ ਹੋਇਆ ਵੀ ਹੁਣ ਮੇਰੀ ਮੁਰਾਦ ਜ਼ਰੂਰ ਮੈਨੂੰ ਹਾਸਲ ਹੋਵੇਗੀ। ਉਸਨੇ ਉਸ ਨੌਜਵਾਨ ਨੂੰ ਇੱਕ ਹਵਾਲਾਤ ਵਿੱਚ ਬੰਦ ਕਰਵਾ ਦਿੱਤਾ ਤੇ ਜਿੱਦਣ ਕੋਈ ਖਾਸ ਦੇਵੀ ਪੂਜਾ ਦਾ ਤਿਉਹਾਰ ਆਇਆ ਤੇ ਉਸਨੇ ਆਪਣੇ ਵੱਲੋਂ ਖਾਸ ਆਦਮੀ ਭੇਜੇ ਤੇ ਉਹਨਾਂ ਨੂੰ ਆਖਿਆ ਵੀ ਤੁਸੀਂ ਜਾ ਕੇ ਉਸ ਨੌਜਵਾਨ ਨੂੰ ਇਹ ਗੱਲ ਪੁੱਛੋ ਉਹਦੀ ਅੰਤਮ ਇੱਛਾ ਕੀ ਹੈ, ਕਿਉਂਕਿ ਹੁਣ ਉਸ ਨੂੰ ਦੇਵੀ ਦੀ ਬਲੀ ਚੜਾ ਦੇਣਾ ਹੈ। ਪੁਰਾਣੇ ਸਮੇਂ ਦੇ ਵਿੱਚ ਮਨੁੱਖ ਦੀ ਬਲੀ ਵੀ ਦੇਵੀ ਦੇਵਤਿਆਂ ਨੂੰ ਚੜਾਈ ਜਾਂਦੀ ਸੀ। ਲਓ ਹੁਣ ਇਹ ਐਸਾ ਹੀ ਸਮਾਂ ਬਣਿਆ। ਰਾਜੇ ਦੇ ਭੇਜੇ ਹੋਏ ਆਦਮੀ ਉਹਦੇ ਕੋਲ ਗਏ ਤੇ ਉਹਨੂੰ ਕਹਿਣ ਲੱਗੇ ਵੀ ਜੋ ਤੇਰੀ ਅੰਤਮ ਇੱਛਾ ਹੈ ਉਹ ਦੱਸ, ਕਿਉਂਕਿ ਹੁਣ ਸਵੇਰੇ ਦੇਵੀ ਪੂਜਾ ਦਾ ਦਿਨ ਹੈ, ਤੇਰੀ ਬਲੀ ਚੜਾ ਦਿੱਤੀ ਜਾਣੀ ਹੈ। ਇਹ ਗੱਲ ਸੁਣ ਕੇ ਉਸ ਨੌਜਵਾਨ ਤੇ ਬੜੀ ਗੁਰੂ ਦੀ ਅਕਾਲ ਪੁਰਖ ਦੀ ਕਿਰਪਾ ਸੀ, ਉਹ ਬਿਲਕੁਲ ਘਬਰਾਇਆ ਨਹੀਂ। ਉਹ ਕਹਿਣ ਲੱਗਾ ਮੇਰੀ ਅੰਤਮ ਇੱਛਾ ਇਹੀ ਹੈ ਵੀ ਮੈਨੂੰ ਦੇਵੀ ਦੀ ਬਲੀ ਚੜਾਉਣ ਤੋਂ ਪਹਿਲਾਂ ਤੇ ਮੈਨੂੰ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਜਾਵੇ। ਉਹ ਕਹਿੰਦੇ ਚਲੋ ਠੀਕ ਹੈ। ਇੱਕ ਨੇੜੇ ਨਦੀ ਵਗਦੀ ਸੀ ਤੇ ਉਸ ਨੌਜਵਾਨ ਨੂੰ ਫੌਜੀ ਪਹਿਰੇ ਹੇਠ ਉਸ ਨਦੀ ਤੇ ਲਿਜਾਇਆ ਗਿਆ ਤੇ ਉਸ ਨੌਜਵਾਨ ਨੇ ਉੱਥੇ ਨਦੀ ਵਿੱਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਿਵੇਂ ਉਸ ਦਾ ਆਪਣਾ ਨਿਤਨੇਮ ਸੀ, ਉੱਥੇ ਬੈਠ ਕੇ ਉਸਨੇ ਆਪਣਾ ਨਿਤਨੇਮ ਕੀਤਾ, ਰੱਬ ਦੀ ਭਗਤੀ ਕੀਤੀ, ਉਹਦੇ ਧਿਆਨ ਵਿੱਚ ਬੈਠਾ ਤੇ ਉਹਨੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਉਸ ਨੂੰ ਇੱਕ ਆਵਾਜ਼ ਆਈ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕਿਆ ਕੋਈ। ਉਸ ਨੂੰ ਇਸ ਗੱਲ ਤੇ ਬੜਾ ਪੱਕਾ ਵਿਸ਼ਵਾਸ ਹੋਇਆ ਵੀ ਹੁਣ ਮੈਨੂੰ ਕੋਈ ਮਾਰ ਨਹੀਂ ਸਕੇਗਾ। ਤੇ ਉਸ ਬੱਚੇ ਨੇ, ਉਸ ਨੌਜਵਾਨ ਨੇ ਉੱਥੇ ਕੀ ਕੀਤਾ, ਨਦੀ ਦੇ ਕਿਨਾਰੇ ਤੇ ਉਸਨੇ ਰੇਤੇ ਦੀਆਂ 4 ਢੇਰੀਆਂ ਬਣਾਈਆਂ। ਪਹਿਲੀ ਢੇਰੀ ਤੇ ਹੱਥ ਰੱਖ ਕੇ ਕੁਝ ਸਮਾਂ ਅੱਖਾਂ ਬੰਦ ਕੀਤੀਆਂ, ਅੰਤਰ ਧਿਆਨ ਹੋਇਆ ਤੇ ਫਿਰ ਅੱਖਾਂ ਵਿੱਚੋਂ ਅਥਰੂ ਵਗੇ, ਉਹ ਢੇਰੀ ਢਾਹ ਦਿੱਤੀ। ਫਿਰ ਇਸੇ ਤਰ੍ਹਾਂ ਦੂਜੀ ਵੀ, ਤੀਜੀ ਵੀ ਢੇਰੀ ਢਾਹ ਦਿੱਤੀ। ਫਿਰ ਚੌਥੀ ਢੇਰੀ ਤੇ ਹੱਥ ਰੱਖ ਕੇ ਤੇ ਜਦੋਂ ਉਸਨੇ ਨੇਤਰ ਬੰਦ ਕੀਤੇ ਤੇ ਉਹ ਇੰਨਾ ਖੁਸ਼ ਹੋਇਆ ਤੇ ਇੰਨਾ ਜ਼ੋਰ ਸ਼ੋਰ ਦੇ ਨਾਲ ਹੱਸਿਆ ਤੇ ਰਾਜੇ ਦੇ ਸਿਪਾਹੀ ਵੀ ਹੈਰਾਨ ਹੋ ਗਏ ਵੀ ਇਹਨੂੰ ਕੀ ਹੋ ਗਿਆ ਹੈ, ਸਾਹਮਣੇ ਮੌਤ ਦਿਖਾਈ ਦੇ ਰਹੀ ਹੈ, ਇਹ ਹੱਸ ਰਿਹਾ ਹੈ। ਖੈਰ ਇਸ ਗੱਲ ਦਾ ਰਾਜੇ ਨੂੰ ਵੀ ਪਤਾ ਲੱਗਿਆ ਤੇ ਰਾਜੇ ਨੇ ਆਖਿਆ ਵੀ ਉਸ ਨੌਜਵਾਨ ਨੂੰ ਬਲੀ ਚੜਾਉਣ ਤੋਂ ਪਹਿਲਾਂ ਮੇਰੇ ਕੋਲ ਲਿਆਂਦਾ ਜਾਵੇ। ਤੇ ਉਸ ਨੌਜਵਾਨ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ। ਰਾਜੇ ਨੇ ਉਸ ਨੂੰ ਪੁੱਛਿਆ ਬਈ ਮੈਨੂੰ ਤੇਰੇ ਬਾਰੇ ਇੱਕ ਘਟਨਾ ਦਾ ਪਤਾ ਲੱਗਿਆ, ਤੂੰ ਉਸ ਨਦੀ ਦੇ ਕਿਨਾਰੇ ਤੇ ਜਾ ਕੇ ਇਸ਼ਨਾਨ ਕੀਤਾ, ਭਜਨ ਪਾਠ ਕੀਤਾ, ਉਸ ਤੋਂ ਬਾਅਦ 4 ਢੇਰੀਆਂ ਬਣਾਈਆਂ
ਤਿੰਨਾਂ ਢੇਰੀਆਂ ਤੇ ਹੱਥ ਰੱਖ ਕੇ ਤੂੰ ਰੋਇਆ ਤੇ ਚੌਥੀ ਤੇ ਹੱਥ ਰੱਖ ਕੇ ਤੂੰ ਜ਼ੋਰ-ਜ਼ੋਰ ਹੱਸਿਆ, ਇਹਦਾ ਕੀ ਕਾਰਨ ਹੈ? ਉਹ ਅੱਗੋਂ ਨੌਜਵਾਨ ਬੇਪਰਵਾਹੀ ਨਾਲ ਬੋਲਿਆ, ਕਹਿਣ ਲੱਗਾ, ਰਾਜਾ ਤੂੰ ਕੀ ਕੰਮ ਕਰਨਾ ਹੈ? ਤੂੰ ਕਿਉਂ ਪੁੱਛਦਾ ਇਹਨਾਂ ਗੱਲਾਂ ਬਾਰੇ? ਤੂੰ ਜੋ ਕਰਨਾ ਕਰ, ਤੇਰਾ ਸਮਾਂ ਅਜਾਈ ਜਾ ਰਿਹਾ ਹੈ। ਰਾਜਾ ਹੋਰ ਸੋਚੀ ਪੈ ਗਿਆ ਵੀ ਮੌਤ ਨੂੰ ਦੇਖ ਕੇ ਹਰ ਬੰਦਾ ਘਬਰਾ ਜਾਂਦਾ ਹੈ, ਪਰ ਇਹਦੇ ਮਨ ਦੇ ਵਿੱਚ ਭੋਰਾ ਵੀ ਮੌਤ ਦਾ ਡਰ ਨਹੀਂ। ਉਹ ਕਹਿੰਦਾ ਮੈਨੂੰ ਛੇਤੀ ਮਾਰੋ, ਛੇਤੀ ਬਲੀ ਚੜਾਓ। ਰਾਜਾ ਕਹਿਣ ਲੱਗਾ ਵੀ ਜਿੰਨਾ ਚਿਰ ਤੱਕ ਤੂੰ ਮੈਨੂੰ ਸਹੀ ਦੱਸਦਾ ਨਹੀਂ, ਉਨਾ ਚਿਰ ਤੱਕ ਇਹ ਸਾਰਾ ਕੰਮ ਇਸੇ ਤਰ੍ਹਾਂ ਹੀ ਰੋਕਿਆ ਜਾਵੇਗਾ ਤੇ ਇਹ ਕੁਝ ਨਹੀਂ ਹੋਵੇਗਾ ਜਿੰਨਾ ਚਿਰ ਤੂੰ ਅਸਲੀਅਤ ਨਹੀਂ ਦੱਸੇਗਾ। ਉਸ ਨੌਜਵਾਨ ਨੇ ਦੇਖਿਆ ਵੀ ਹੁਣ ਰਾਜੇ ਦਾ ਪੂਰਾ ਪੂਰਾ ਧਿਆਨ ਮੇਰੀ ਗੱਲ ਸੁਣਨ ਵੱਲ ਹੈ, ਤਾਂ ਉਸ ਵੇਲੇ ਉਹਨੇ ਆਖਿਆ ਵੀ ਰਾਜਾ, ਹਰ ਮਨੁੱਖ ਦੀਆਂ 4 ਢੇਰੀਆਂ ਹੁੰਦੀਆਂ ਨੇ। ਢੇਰੀਆਂ ਤੋਂ ਮੁਰਾਦ ਹੈ ਵੀ ਟੇਕ, ਵੀ ਬੰਦੇ ਦੀਆਂ ਵੀ ਇਹਨੇ 4 ਸਹਾਰੇ ਹੁੰਦੇ ਨੇ। ਪਹਿਲਾ ਸਹਾਰਾ ਹੁੰਦਾ ਹੈ ਮਾਤਾ ਪਿਤਾ ਦਾ। ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਮਾਤਾ ਪਿਤਾ ਦੇ ਸਾਏ ਹੇਠ ਹੀ ਪਲਦਾ ਹੈ। ਤੇ ਦੂਸਰਾ ਸਹਾਰਾ ਹੁੰਦਾ ਹੈ ਜਿਹੜਾ ਮੌਕੇ ਦਾ ਕੋਈ ਰਾਜਾ ਹੋਵੇ, ਬਾਦਸ਼ਾਹ ਹੋਵੇ, ਸਰਕਾਰ ਹੋਵੇ। ਜਦੋਂ ਕਿਤੇ ਧੱਕਾ ਹੁੰਦਾ ਹੈ ਤੇ ਫਿਰ ਉਹ ਸਰਕਾਰੀ ਦਰਬਾਰੇ ਜਾ ਕੇ ਫਰਿਆਦ ਕਰਦਾ ਹੈ, ਉੱਥੋਂ ਇਨਸਾਫ ਦੀ ਇੱਛਾ ਹੁੰਦੀ ਹੈ। ਤੀਸਰੇ ਨੰਬਰ ਤੇ ਜਦੋਂ ਸੰਸਾਰੀ ਰਾਜੇ ਵੀ ਅਨਿਆਈ ਹੋ ਜਾਂਦੇ ਨੇ ਤੇ ਫਿਰ ਆਦਮੀ ਜਿਹੜੇ ਕੋਈ ਦੇਵੀ ਦੇਵਤੇ ਨੇ ਤੇ ਉਹਨਾਂ ਦੀ ਓਟ ਲੈਂਦਾ। ਉਹ ਕਹਿੰਦਾ ਚਲੋ ਉਹ ਮੇਰੀ ਸਹਾਇਤਾ ਕਰਨਗੇ। ਤੇ ਚੌਥੇ ਨੰਬਰ ਤੇ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੈ। ਤੇ ਹੁਣ ਮੈਂ 3 ਢੇਰੀਆਂ ਇਸ ਲਈ ਢਾ ਦਿੱਤੀਆਂ ਨੇ, ਹੁਣ ਇਹਨਾਂ ਤੋਂ ਮੈਨੂੰ ਆਪਣੇ ਜੀਵਨ ਦੀ ਕੋਈ ਆਸ ਨਹੀਂ ਸੀ, ਕਿਉਂਕਿ ਮਾਤਾ ਪਿਤਾ ਨੇ ਲਾਲਚ ਦੇ ਵਸ ਮੈਨੂੰ ਵੇਚ ਦਿੱਤਾ। ਹੁਣ ਮੈਂ ਉਹਨਾਂ ਤੋਂ ਕੀ ਆਸ ਰੱਖ ਸਕਦਾ ਹਾਂ ਕਿ ਮੇਰੀ ਉਹ ਰੱਖਿਆ ਕਰ ਸਕਦੇ ਨੇ। ਤੇ ਤੂੰ ਆਪਣੇ ਲਾਲਚ ਵਸ ਮੈਨੂੰ ਦੇਵੀ ਦੀ ਬਲੀ ਚੜਾਉਣ ਦਾ ਬਚਨ ਕੀਤਾ ਹੋਇਆ, ਤੇਥੋਂ ਵੀ ਮੈਨੂੰ ਕੋਈ ਆਸ ਨਹੀਂ ਹੋ ਸਕਦੀ ਵੀ ਤੂੰ ਮੇਰੇ ਨਾਲ ਇਨਸਾਫ ਕਰੇ। ਤੀਜੀ ਗੱਲ, ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੀ ਮਨੁੱਖ ਆਸ ਟਿਕਾਉਂਦਾ ਹੈ, ਪਰ ਤੁਹਾਡੀ ਦੇਵੀ ਵੀ ਬਲੀ ਲੈ ਕੇ ਖੁਸ਼ ਹੁੰਦੀ ਹੈ, ਉਹਨੇ ਮੇਰੇ ਨਾਲ ਕੀ ਇਨਸਾਫ ਕਰਨਾ। ਇਸ ਲਈ ਮੈਂ ਸਭ ਢੇਰੀਆਂ ਢਾ ਦਿੱਤੀਆਂ ਨੇ। ਹੁਣ ਸਿਰਫ ਇੱਕ ਮੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੈ, ਤੇ ਜੇ ਉਸਨੇ ਮੈਨੂੰ ਬਚਾਉਣਾ ਹੋਇਆ ਬਚਾ ਵੀ ਸਕਦਾ ਹੈ। ਤੇ ਜੇ ਮੇਰਾ ਅੰਤ ਸਮਾਂ ਆਇਆ ਹੈ ਤੇ ਮੈਨੂੰ ਮੌਤ ਤੋਂ ਵੀ ਡਰ ਨਹੀਂ ਹੈ, ਤੂੰ ਮੈਨੂੰ ਜੋ ਮਰਜ਼ੀ ਕਰਨਾ ਕਰ। ਇੰਨੀ ਗੱਲ ਸੁਣ ਕੇ ਰਾਜੇ ਦਾ ਅੰਦਰੋਂ ਦਿਲ ਕੰਬਿਆ, ਮਨ ਵਿੱਚ ਸੋਚਣ ਲੱਗਾ, ਕਹਿਣ ਲੱਗਾ ਉਹ ਇੰਨਾ ਸਿਆਣਾ ਬੰਦਾ, ਇੰਨਾ ਰੱਬ ਦਾ ਭਗਤ, ਜਿਹਦਾ ਇੰਨਾ ਦ੍ਰਿੜ ਵਿਸ਼ਵਾਸ ਹੋਵੇ, ਤੇ ਇਸ ਬੰਦੇ ਨੂੰ ਮੈਂ ਮਾਰ ਕੇ ਆਪਣੇ ਸਿਰ ਪਾਪ ਚੜਾਵਾਂਗਾ। ਮਨ ਬਦਲ ਗਿਆ, ਖਿਆਲ ਬਦਲ ਗਏ। ਤੇ ਫਿਰ ਮਨ ਵਿੱਚ ਸੋਚਿਆ, ਓਏ ਮਨਾ, ਤੂੰ ਇਸ ਐਸੇ ਬੰਦੇ ਨੂੰ ਦੇਵੀ ਦੀ ਬਲੀ ਚੜਾ ਕੇ ਮਾਰ ਦਿੱਤਾ ਤੇ ਅਣਿਆਈ ਮੌਤੇ ਇਸ ਨੂੰ ਮਾਰ ਕੇ ਜੇ ਤੇਰੇ ਘਰ ਪੁੱਤਰ ਨਾ ਵੀ ਹੋ ਸਕਿਆ ਤੇ ਫਿਰ ਤੂੰ ਕੀ ਕਰੇਗਾ? ਇਹ ਪਾਪ ਤਾਂ ਤੇਰੇ ਸਿਰ ਚੜੇਗਾ ਨਾ। ਇਸ ਲਈ ਕਿਉਂ ਨਾ ਐਸਾ ਹੋਵੇ, ਇਹ ਜਿਹੜਾ ਨੌਜਵਾਨ ਪਲਿਆ ਪਲਾਇਆ ਪੁੱਤ ਮੈਨੂੰ ਰੱਬ ਨੇ ਦਿੱਤਾ ਹੈ, ਕਿਉਂ ਨਾ ਮੈਂ ਇਸ ਨੂੰ ਮਤਬੰਨਾ ਬਣਾ ਲਵਾਂ, ਕਿਉਂਕਿ ਪ੍ਰੇਰਨ ਵਾਲਾ ਤੇ ਪਰਮੇਸ਼ਰ ਹੀ ਹੈ ਨਾ। ਤੇ ਉਹਦੇ ਰਾਜੇ ਦੇ ਮਨ ਵਿੱਚ ਖਿਆਲ ਆਇਆ, ਉਸਨੇ ਜਿਹੜਾ ਬਲੀ ਦੇਣ ਦਾ ਪ੍ਰੋਗਰਾਮ ਸਾਰਾ ਮੁਲਤਵੀ ਕਰ ਦਿੱਤਾ ਤੇ ਉਹਨੇ ਇੱਕ ਬਹੁਤ ਵੱਡੀ ਰਾਜ ਸਭਾ ਕੀਤੀ, ਮੀਟਿੰਗ ਕੀਤੀ। ਜਿੰਨੇ ਅਮੀਰ ਵਜ਼ੀਰ ਸਨ ਉਹਨਾਂ ਨੂੰ ਬੁਲਾਇਆ ਤੇ ਕਹਿਣ ਲੱਗਾ ਵੀ ਮੇਰੇ ਮਨ ਵਿੱਚ ਅੱਜ ਇਹ ਖਿਆਲ ਬਣਿਆ ਵੀ ਇਹ ਜਿਹੜਾ ਨੌਜਵਾਨ ਹੈ ਇਹ ਮੇਰਾ ਮਤਬੰਨਾ ਹੋਵੇਗਾ, ਮੇਰੇ ਰਾਜ ਭਾਗ ਦਾ ਵਾਰਸ ਵੀ ਅੱਜ ਤੋਂ ਇਹ ਹੋਵੇਗਾ, ਕਿਉਂਕਿ ਇਸ ਬੰਦੇ ਦੇ ਜੀਵਨ ਤੋਂ ਮੈਂ ਪ੍ਰਭਾਵਿਤ ਹਾਂ। ਇਹ ਲੋਕਾਂ ਦੇ ਨਾਲ ਸਹੀ ਇਨਸਾਫ ਕਰੇਗਾ, ਸਹੀ ਲੋਕਾਂ ਦੇ ਨਾਲ ਨਿਆਂ ਕਰੇਗਾ, ਲੋਕ ਸੁਖੀ ਵਸਣਗੇ। ਤੇ ਹੁਣ ਮੇਰੇ ਘਰ ਪੁੱਤਰ ਹੋਵੇ ਨਾ ਹੋਵੇ ਇਸ ਗੱਲ ਦੀ ਗਰੰਟੀ ਤਾਂ ਕੋਈ ਨਹੀਂ ਦੇ ਸਕਦਾ। ਇਸ ਲਈ ਰੱਬ ਨੇ ਇਹੋ ਜਿਹਾ ਬੰਦਾ, ਇਹੋ ਜਿਹਾ ਨੌਜਵਾਨ ਪੁੱਤਰ ਭੇਜ ਦਿੱਤਾ ਹੈ ਤੇ ਮੈਂ ਇਹਨੂੰ ਅੱਜ ਤੋਂ ਮਤਬੰਨਾ ਬਣਾਇਆ ਤੇ ਇਹੀ ਮੇਰੇ ਰਾਜ ਭਾਗ ਦਾ ਵਾਰਸ ਹੋਵੇਗਾ। ਦੇਖੋ, ਜਿਸਨੇ ਵਾਹਿਗੁਰੂ ਦੇ ਉੱਤੇ ਭਰੋਸਾ ਕੀਤਾ ਤੇ ਉਹਨੂੰ ਕਿਸੇ ਗੱਲ ਦੀ ਕਮੀ ਰਹੀ, ਰਾਜਾ ਵੀ ਬਣ ਗਿਆ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਏਕ ਉਪਰ ਜਿਸ ਜਨ ਕੀ ਆਸਾ, ਜਿਸ ਜਨ ਦੀ ਇੱਕ ਵਾਹਿਗੁਰੂ ਪਰਮੇਸ਼ਰ ਤੇ ਆਸ ਹੁੰਦੀ ਹੈ, ਜਿਸ ਨੂੰ ਇੱਕ ਵਾਹਿਗੁਰੂ ਪਰਮੇਸ਼ਰ ਦਾ ਭਰੋਸਾ ਹੁੰਦਾ ਹੈ, ਤਿਸ ਕੀ ਕਟਿਆ ਜਮ ਕੀ ਫਾਸਾ, ਤੇ ਭਾਈ ਫਿਰ ਉਹਦੀ ਜਮਾਂ ਦੀ ਫਾਹੀ ਵੀ ਕੱਟੀ ਜਾਂਦੀ ਹੈ। ਪਾਰ ਬ੍ਰਹਮ ਕੀ ਜਿਸ ਮਨ ਭੂਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਨ ਦੇ ਵਿੱਚ ਭੁੱਖ ਹੁੰਦੀ ਹੈ,
ਭਾਵ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ। ਨਾਨਕ ਤਿਸਹਿ ਨਾ ਲਾਗਹਿ ਦੁਖ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨੂੰ ਕਿਸੇ ਕਿਸਮ ਦਾ ਦੁੱਖ ਨਹੀਂ ਵਿਆਪਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬਚਨ ਨੇ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਨਾ, ਜਿਵੇਂ ਆਪਾਂ ਨੂੰ ਭੋਜਨ ਦੀ ਭੁੱਖ ਲੱਗਦੀ ਹੈ ਤੇ ਭੋਜਨ ਖਾਈਏ ਤੇ ਫਿਰ ਤ੍ਰਿਪਤੀ ਆ ਜਾਂਦੀ ਹੈ, ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਇਹ ਆਤਮਿਕ ਭੁੱਖ ਹੈ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ, ਹਜ਼ੂਰ ਕਹਿੰਦੇ ਨੇ, ਤੇ ਫਿਰ ਉਹਨੂੰ ਕਿਸੇ ਕਿਸਮ ਦਾ ਵੀ ਦੁੱਖ ਨਹੀਂ ਲੱਗਦਾ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਗੁਰਸਿੱਖ ਮਾਈ ਭਾਈ ਨੂੰ, ਜਿਸ ਜੀਵ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਮਨ ਚਿਤ ਵਿੱਚ ਹਮੇਸ਼ਾ ਲਈ ਯਾਦ ਆਉਂਦਾ ਹੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਬਈ ਉਹ ਫਿਰ ਸੰਤ ਸੁਹੇਲਾ, ਉਹ ਸੁਖ ਵਾਲਾ ਸੰਤ ਬਣ ਜਾਂਦਾ ਹੈ। ਲੋਕੀ ਉਸ ਨੂੰ ਸੰਤ ਕਹਿੰਦੇ ਨੇ, ਜਿਹੜਾ ਜਿਸ ਨੂੰ ਹਰ ਵੇਲੇ ਆਪਣੇ ਮਨ ਵਿੱਚ ਵਾਹਿਗੁਰੂ ਦੀ ਯਾਦ ਆਉਂਦੀ ਹੈ ਤੇ ਫਿਰ ਉਹ ਸੁਖ ਦੇਣ ਵਾਲਾ ਸੰਤ ਬਣ ਜਾਂਦਾ ਹੈ। ਨਹੀਂ ਡੁਲਾਵੇ, ਫਿਰ ਉਹ ਆਪਦਾ ਮਨ ਕਦੀ ਡੁਲਾਉਂਦਾ ਨਹੀਂ ਹੈ। ਜਿਸ ਪ੍ਰਭ ਆਪਣਾ ਕਿਰਪਾ ਕਰੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਉਤੇ ਮੇਰਾ ਮਾਲਕ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ, ਸੋ ਸੇਵਕ ਕਹੋ ਕਿਸ ਤੇ ਡਰੈ। ਹਜ਼ੂਰ ਫਰਮਾਉਂਦੇ ਨੇ, ਭਾਈ ਉਹ ਜਿਹੜਾ ਸੇਵਕ ਹੈ ਫਿਰ ਦੱਸੋ ਕਿਸ ਤੋਂ ਡਰਦਾ ਹੈ। ਭਾਵ ਕਿਸੇ ਤੋਂ ਵੀ ਨਹੀਂ ਡਰਦਾ। ਆ ਵੇਖ ਲਓ, ਧਰੂ ਭਗਤ ਤੇ ਵਾਹਿਗੁਰੂ ਦੀ ਕਿਰਪਾ ਹੀ ਸੀ। 5 ਸਾਲ ਦੀ ਉਮਰ ਦੇ ਵਿੱਚ ਅੱਧੀ ਰਾਤ ਨੂੰ ਘਰ-ਬਾਰ ਛੱਡ ਕੇ ਜੰਗਲ ਵਿੱਚ ਚਲਿਆ ਗਿਆ। ਜਿਹਦੇ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ, ਉਹ ਸੇਵਕ ਕਿਸੇ ਤੋਂ ਡਰਦਾ ਨਹੀਂ ਹੈ। ਹੁਣ ਪ੍ਰਹਿਲਾਦ ਵੀ ਛੋਟਾ ਬੱਚਾ ਹੀ ਸੀ, ਉਹਦਾ ਪਿਓ ਉਸ ਨੂੰ ਮਾਰਨ ਵਾਸਤੇ ਦੁਸ਼ਮਣ ਬਣ ਗਿਆ, ਪਰ ਉਹਦੇ ਉੱਤੇ ਵਾਹਿਗੁਰੂ ਦਾ ਹੱਥ ਸੀ। ਹਜ਼ੂਰ ਕਹਿੰਦੇ ਨੇ, ਜਿਸ ਉੱਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਕਰਦਾ ਹੈ, ਉਹ ਸੇਵਕ ਦੱਸੋ ਫਿਰ ਕਿਸ ਤੋਂ ਡਰਦਾ ਹੈ। ਭਾਵ ਕਿਸੇ ਤੋਂ ਵੀ ਡਰਦਾ ਨਹੀਂ ਹੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਜਿਹੋ ਜਿਹਾ ਸੀ ਤੇ ਉਹੋ ਜਿਹਾ ਹੀ ਉਹਨਾਂ ਨੂੰ ਦ੍ਰਿਸ਼ਟੀ ਵਿੱਚ ਆ ਗਿਆ। ਇਹਦਾ ਮਤਲਬ ਇਹ ਹੈ, ਜਿਹੋ ਜਿਹਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਸ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਲਿਖਿਆ ਹੈ ਵੀ ਉਹ ਸਤ ਚਿਤ ਆਨੰਦ ਸਰੂਪ ਹੈ। ਜਾਂ ਮੂਲ ਮੰਤਰ ਦੇ ਵਿੱਚ ਸਤਿਗੁਰੂ ਨੇ ਲਿਖਿਆ ਹੈ, ਉਹ ਨਿਰਭਉ ਤੇ ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਤੇ ਸੰਭਉ ਸੁਤੇ ਪ੍ਰਕਾਸ਼ ਰੂਪ ਹੈ। ਐਸਾ ਜੋ ਅਕਾਲ ਪੁਰਖ ਵਾਹਿਗੁਰੂ ਜਿਹੋ ਜਿਹਾ ਵੀ ਸੀ, ਉਹੋ ਜਿਹਾ ਹੀ ਉਹਨਾਂ ਨੂੰ ਦ੍ਰਿਸ਼ਟੀ ਵਿੱਚ ਆ ਗਿਆ। ਆਪਣੇ ਕਾਰਜ ਮਹਿ ਆਪ ਸਮਾਇਆ। ਲੋ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਕਾਰਜ ਦੇ ਵਿੱਚ ਆਪ ਹੀ ਉਹ ਸਮਾਇਆ ਹੋਇਆ ਹੈ। ਇਹਦਾ ਮਤਲਬ ਇਹ ਹੈ, ਉਹ ਅਕਾਲ ਪੁਰਖ ਵਾਹਿਗੁਰੂ ਅਪੈਨ ਨਿਮਿਤ ਉਪਾਦਾਨ ਕਾਰਨ ਹੈ। ਅਪੈਨ ਨਿਮਿਤ ਉਪਾਦਾਨ ਕਾਰਨ ਉਹਨੂੰ ਕਹਿੰਦੇ ਨੇ ਵੀ ਜਿਹੜਾ ਆਪਣੇ ਕਾਰਜ ਵਿੱਚ ਆਪ ਸਮਾਇਆ ਹੋਵੇ। ਹੁਣ ਫਰਜ਼ ਕਰੋ ਕੋਈ ਘੁਮਿਆਰ ਘੜਾ ਬਣਾਉਂਦਾ ਹੈ, ਤੇ ਉਹ ਘੜਾ ਜਦੋਂ ਬਣਾਉਂਦਾ ਹੈ ਉਹਦੇ ਵਿੱਚ ਘੁਮਿਆਰ ਨਿਮਿਤ ਕਾਰਨ ਹੁੰਦਾ ਹੈ ਤੇ ਮਿੱਟੀ ਉਪਾਦਾਨ ਕਾਰਨ ਹੁੰਦੀ ਹੈ। ਤੇ ਉਹ ਵਾਹਿਗੁਰੂ ਉਪਾਦਾਨ ਕਾਰਨ ਹੋ ਕੇ ਤੇ ਨਿਮਿਤ ਕਾਰਨ ਹੋ ਕੇ ਉਹ ਆਪਣੇ ਕਾਰਜ ਦੇ ਵਿੱਚ ਸਮਾਇਆ ਹੋਇਆ ਹੈ, ਕਿਉਂਕਿ ਉਹ ਆਪ ਕਾਰਨ ਸਰੂਪ ਹੈ। ਪਰ ਉਹ ਆਪਣੇ ਕਾਰਜ ਸੰਸਾਰ ਦੇ ਵਿੱਚ ਵੀ ਆਪ ਸਮਾਇਆ ਹੋਇਆ ਹੈ, ਸਾਰੇ ਸੰਸਾਰ ਦੇ ਵਿੱਚ ਆਪ ਵਸ ਰਿਹਾ ਹੈ। ਸੋਧਤ ਸੀਜਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪਹਿਲਾਂ ਮੈਂ ਆਪਣੇ ਤਨ ਵਿੱਚ ਖੋਜ ਕੀਤੀ, ਫਿਰ ਮੈਂ ਆਪਣੇ ਮਨ ਵਿੱਚ ਖੋਜ ਕੀਤੀ, ਤੇ ਫਿਰ ਮੈਂ ਆਪਣੀ ਆਤਮਾ ਦੀ ਖੋਜ ਕੀਤੀ, ਸੀਜਿਆ, ਤੇ ਫਿਰ ਮੈਂ ਇਸ ਨਤੀਜੇ ਤੇ ਪਹੁੰਚਿਆ। ਤੇ ਉਹ ਕੀ ਹੈ? ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰ ਪ੍ਰਸਾਦ ਤਤ ਸਭ ਬੂਝਿਆ। ਮੈਂ ਗੁਰੂ ਦੀ ਕਿਰਪਾ ਦੇ ਨਾਲ ਵੀ ਸਭ ਦੇ ਅੰਦਰ ਜਿਹੜਾ ਅਸਲੀ ਬ੍ਰਹਮ ਤੱਤ ਹੈ, ਭਾਵ ਉਹ ਵਾਹਿਗੁਰੂ ਦੀ ਜੋਤ, ਉਸ ਵਾਹਿਗੁਰੂ ਦੀ ਚੇਤਨ ਸੱਤਾ, ਉਸ ਵਾਹਿਗੁਰੂ ਪਰਮੇਸ਼ਰ ਦਾ ਨੂਰ ਤੇ ਜ਼ਹੂਰ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਗੁਰੂ ਦੀ ਕਿਰਪਾ ਦੇ ਨਾਲ ਮੈਂ ਉਹ ਸਾਰਾ ਤੱਤ ਸਮਝ ਲਿਆ ਵੀ ਅਸਲੀ ਤੱਤ ਵਾਹਿਗੁਰੂ ਪਰਮੇਸ਼ਰ ਆਪ ਹੈ, ਜੋ ਸਾਰਿਆਂ ਦੇ ਵਿੱਚ ਵਸ ਰਿਹਾ ਹੈ। ਇਹ ਮੇਰੀ ਖੋਜ ਦਾ ਨਤੀਜਾ ਨਿਕਲਿਆ। ਅਥਵਾ ਸੋਧਤ ਸੀਜਿਆ। ਪਹਿਲਾਂ ਮੈਂ ਵੇਦਾਂ ਨੂੰ ਖੋਜਿਆ, ਫਿਰ ਮੈਂ ਪੁਰਾਣਾਂ ਨੂੰ ਖੋਜਿਆ, ਫਿਰ 27 ਸਿਮਰਤੀਆਂ ਨੂੰ ਸੋਧਿਆ, ਤੇ ਫਿਰ ਜਿਹੜੇ ਹੋਰ ਧਰਮ ਗ੍ਰੰਥ ਨੇ ਉਹਨਾਂ ਦਾ ਵੀ ਅਧਿਐਨ ਕੀਤਾ ਤੇ ਸੀਜਿਆ। ਤੇ ਫਿਰ ਮੈਂ ਇਸ ਨਤੀਜੇ ਤੇ ਪਹੁੰਚਿਆ
ਵੀ ਅਸਲੀ ਜਿਹੜਾ ਸਾਰਿਆਂ ਦਾ ਤੱਤ ਤੇ ਅਕਾਲ ਪੁਰਖ ਹੀ ਹੈ। ਵੇਦਾਂ ਸ਼ਾਸਤਰਾਂ ਦਾ ਤੱਤ ਵੀ ਤੇ ਸਾਰੇ ਸੰਸਾਰ ਦਾ ਤੱਤ ਵੀ, ਸਾਰੇ ਸ਼ਾਸਤਰਾਂ ਦਾ ਸਿਧਾਂਤ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਗੁਰੂ ਦੀ ਕਿਰਪਾ ਦੁਆਰਾ ਇਉਂ ਮੈਂ ਉਸ ਮੂਲ ਤੱਤ ਨੂੰ ਸਮਝ ਲਿਆ ਹੈ। ਜਬ ਦੇਖੋ ਤਬ ਸਭ ਕਿਛ ਮੂਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਭਾਈ ਜਦੋਂ ਵੀ ਦੇਖਦਾ ਹਾਂ ਤੇ ਉਸ ਵੇਲੇ ਸਭ ਕੁਝ ਮੈਨੂੰ ਤੇ ਮੂਲ ਰੂਪ ਵਾਹਿਗੁਰੂ ਪਰਮੇਸ਼ਰ ਹੀ ਦਿਸਦਾ ਹੈ। ਨਾਨਕ ਸੋ ਸੂਖਮ ਸੋਈ ਅਸਥੂਲ। ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਭਾਈ ਦੋ ਰੂਪ ਨੇ, ਇੱਕ ਉਸ ਦਾ ਸੂਖਮ ਸਰੂਪ ਹੈ, ਨਿਰਗੁਣ ਸਰੂਪ ਹੈ, ਤੇ ਦੂਸਰਾ ਉਹਦਾ ਸਥੂਲ ਸਰੂਪ ਹੈ। ਭਾਵੇਂ ਜਿਹੜਾ ਸੰਸਾਰ ਹੈ ਇਹ ਉਸ ਵਾਹਿਗੁਰੂ ਦਾ ਸਥੂਲ ਰੂਪ ਹੈ ਤੇ ਉਹ ਆਪ ਹੀ ਸੂਖਮ ਰੂਪ ਨਿਰਾਕਾਰ ਹੈ। ਜਿਵੇਂ ਹਜ਼ੂਰ ਨੇ ਅੱਗੇ ਚੱਲ ਕੇ ਵੀ ਲਿਖਿਆ ਹੈ, ਆਪਾ ਹੈ ਸੂਖਮ ਆਪਾ ਹੈ ਅਸੂਲਾ, ਲਖੀ ਨਾ ਜਾਈ ਨਾਨਕ ਲੀਲਾ। ਇਹ ਵਾਹਿਗੁਰੂ ਦੀ ਅਚਰਜ ਲੀਲਾ ਹੈ। ਉਹ ਆਪ ਹੀ ਕਦੇ ਸੂਖਮ ਰੂਪ ਹੋ ਕੇ ਕਦੇ ਅਸੂਲ ਰੂਪ ਹੋ ਕੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਜਿਵੇਂ ਅਕਸਰ ਦੇਖਣ ਵਾਲੀ ਗੱਲ ਇਹ ਹੈ, ਜਿਵੇਂ ਕਿਤੇ ਧਰਤੀ ਹੇਠਾਂ ਪਾਣੀ ਗੁਪਤ ਹੈ ਤੇ ਕਿਧਰੇ ਪ੍ਰਗਟ ਵੀ ਹੈ। ਪਾਣੀ ਦੇ ਦੋ ਰੂਪ ਨੇ, ਧਰਤੀ ਦੇ ਹੇਠਾਂ ਗੁਪਤ ਵੀ ਹੈ ਤੇ ਕਈ ਥਾਵਾਂ ਤੇ ਤੁਸੀਂ ਨਦੀਆਂ, ਨਹਿਰਾਂ, ਦਰਿਆਵਾਂ, ਸਮੁੰਦਰਾਂ ਦੇ ਵਿੱਚ ਉਸ ਨੂੰ ਪ੍ਰਗਟ ਵੀ ਦੇਖਦੇ ਹੋ। ਇਉਂ ਦੋ ਰੂਪਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਕਿਤੇ ਸੂਖਮ ਹੋ ਕੇ ਤੇ ਕਿਧਰੇ ਅਸੂਲ ਰੂਪ ਹੋ ਕੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੀ ਆਗਿਆ ਤੋਂ ਬਿਨਾਂ ਨਾ ਕੁਛ ਜੰਮਦਾ ਹੈ ਤੇ ਨਾ ਹੀ ਕੁਛ ਮਰਦਾ ਹੈ। ਆਪਨ ਚਲਤ ਆਪ ਹੀ ਕਰੈ। ਤੇ ਵਾਹਿਗੁਰੂ ਪਰਮੇਸ਼ਰ ਦੇ ਆਪਣੇ ਚਰਿੱਤਰ ਨੇ, ਇਹ ਉਸਦੇ ਆਪਣੇ ਕੌਤਕ ਨੇ ਤੇ ਉਹ ਆਪ ਹੀ ਕਰ ਰਿਹਾ ਹੈ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿੰਨੀ ਵੀ ਇਹ ਸੂਖਮ ਤੇ ਅਸੂਲ ਸ੍ਰਿਸ਼ਟੀ ਹੈ, ਦ੍ਰਿਸ਼ਟ ਦਾ ਅਰਥ ਹੈ ਜਿਹੜੀ ਦਿਸਣ ਵਾਲੀ ਤੇ ਅਨਦ੍ਰਿਸ਼ਟ ਦਾ ਅਰਥ ਹੁੰਦਾ ਜਿਹੜੀ ਨਾ ਦਿਸਣ ਵਾਲੀ। ਭਾਵ ਜਿਹੜੀ ਸੂਖਮ ਤੇ ਅਸੂਲ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਆਉਣ ਜਾਣ ਵਾਲੀ ਹੈ। ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਲੋ ਜਿੰਨੀ ਵੀ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਆਪਣੇ ਆਸਰੇ ਧਾਰੀ ਦਾ ਅਰਥ ਵੀ ਧਾਰਨ ਕੀਤੀ ਹੋਈ ਹੈ, ਭਾਵ ਟਿਕਾਈ ਹੋਈ ਹੈ, ਉਹ ਸਭ ਆਗਿਆਕਾਰੀ ਉਸ ਵਾਹਿਗੁਰੂ ਪਰਮੇਸ਼ਰ ਦੀ ਆਗਿਆਕਾਰ ਹੋ ਕੇ ਚੱਲ ਰਹੀ ਹੈ। ਆਪੇ ਆਪ ਸਗਲ ਮਹਿ ਆਪ। ਇਹਦਾ ਮਤਲਬ ਇਹ ਹੈ ਵੀ ਵਾਹਿਗੁਰੂ ਨੇ ਕੁਝ ਐਸੇ ਨਿਯਮ ਬਣਾਏ ਹੋਏ ਨੇ, ਉਹਨਾਂ ਦੇ ਵਿੱਚ ਕੁੱਲ ਕਾਇਨਾਤ ਚੱਲ ਰਹੀ ਹੈ। ਜਿਵੇਂ ਆਪਾਂ ਅਕਸਰ ਵੇਖਦੇ ਹੀ ਹਾਂ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਤੇ ਦੇਖ ਲਓ ਸਮੇਂ ਨਾਲ ਸੂਰਜ ਵੀ ਚੜ੍ਹਦਾ ਹੈ, ਛਿਪਦਾ ਹੈ, ਚੰਦਰਮਾ ਆਉਂਦਾ ਹੈ, ਮੱਸਿਆ ਆਉਂਦੀ ਹੈ, ਪੁੰਨਿਆ ਆਉਂਦੀ ਹੈ। ਜੋ ਵੀ ਸਿਲਸਿਲਾ ਚੱਲ ਰਿਹਾ ਹੈ ਨਾ, ਉਹ ਕਿਸੇ ਦੈਵੀ ਕਾਨੂੰਨ ਦੇ ਵਿੱਚ ਚੱਲ ਰਿਹਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਜਿੰਨੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਧਾਰਨ ਕੀਤੀ ਹੈ, ਸਭ ਉਸ ਦੀ ਆਗਿਆ ਵਿੱਚ ਚੱਲਣ ਵਾਲੀ ਹੈ। ਉਸ ਦੀ ਆਗਿਆ ਤੋਂ ਬਾਹਰ ਕੋਈ ਕੁਛ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਅੱਗੇ ਫਰਮਾਉਂਦੇ ਹਨ, ਆਪੇ ਆਪ ਸਗਲ ਮਹਿ ਆਪ। ਹਜ਼ੂਰ ਕਹਿੰਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਪੇ ਆਪ ਵੀ ਆਦਿ ਕਾਲ ਦੇ ਅੰਦਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਾਰਿਆਂ ਦੇ ਵਿੱਚ ਵਰਤ ਰਿਹਾ ਸੀ ਤੇ ਹੁਣ ਇਸ ਵਰਤਮਾਨ ਕਾਲ ਦੇ ਅੰਦਰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਾਰਿਆਂ ਵਿੱਚ ਵਰਤ ਰਿਹਾ ਹੈ ਤੇ ਅੱਗੇ ਭਵਿੱਖਤ ਕਾਲ ਨੂੰ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਾਰਿਆਂ ਵਿੱਚ ਵਰਤੇਗਾ। ਅਨਕ ਜੁਗਤ ਰਜ ਥਾਪ ਉਥਾਪ। ਉਹ ਅਕਾਲ ਪੁਰਖ ਵਾਹਿਗੁਰੂ ਅਨੇਕਾਂ ਜੁਗਤੀਆਂ ਦੇ ਨਾਲ ਸੰਸਾਰ ਦੀ ਰਚਨਾ ਕਰਕੇ ਥਾਪ ਫਿਰ ਇਸ ਨੂੰ ਸਥਾਪਨ ਕਰਦਾ ਹੈ, ਕੁਝ ਸਮੇਂ ਲਈ ਟਿਕਾਉਂਦਾ ਹੈ ਤੇ ਉਹ ਥਾਪ ਫਿਰ ਉਸ ਨੂੰ ਨਾਸ਼ ਵੀ ਕਰਦਾ ਹੈ। ਕਿਉਂਕਿ ਜਿਹੜੀ ਸ੍ਰਿਸ਼ਟੀ ਹੈ ਪਹਿਲਾਂ ਤੇ ਵਾਹਿਗੁਰੂ ਅਨੇਕ ਤਰੀਕਿਆਂ ਦੇ ਨਾਲ ਬਣਾਉਂਦਾ ਹੈ ਤੇ ਬਣਾ ਕੇ ਕੁਝ ਸਮੇਂ ਲਈ ਉਹਨੂੰ ਟਿਕਾਉਂਦਾ ਵੀ ਹੈ ਤੇ ਫਿਰ ਆਪਣੀ ਇੱਛਾ ਅਨੁਸਾਰ ਉਹ ਥਾਪ ਉਸ ਨੂੰ ਨਾਸ਼ ਵੀ ਕਰਦਾ ਹੈ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਮਹਾਂਪੁਰਖ ਉਦਾਹਰਣ ਦਿੰਦੇ ਸਨ, ਜਿਵੇਂ ਛੋਟੇ ਛੋਟੇ ਬੱਚੇ ਮਿੱਟੀ ਨਾਲ ਖੇਡਦੇ ਨੇ ਤੇ ਫਿਰ ਉਹ ਮਿੱਟੀ ਦੇ ਘਰ ਬਣਾਉਂਦੇ ਨੇ। ਇਹ ਮੇਰਾ ਘਰ ਹੈ, ਦੂਸਰਾ ਕਹਿੰਦਾ ਆ ਤੇਰਾ ਘਰ ਹੈ, ਤੇ ਬੱਚੇ ਖੇਡਦੇ ਨੇ ਤੇ ਫਿਰ ਜਦੋਂ ਖੇਡ ਤੋਂ ਬਾਅਦ ਘਰਾਂ ਨੂੰ ਜਾਣ ਦਾ ਸਮਾਂ ਹੁੰਦਾ ਹੈ ਤੇ ਫਿਰ ਉਹ ਆਪਣੇ ਬਣਾਏ ਘਰਾਂ ਨੂੰ ਆਪ ਹੀ ਢਾਹ ਦਿੰਦੇ ਨੇ ਤੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਜਿਵੇਂ ਬੱਚਿਆਂ ਨੂੰ ਮਿੱਟੀ ਦੇ ਘਰ ਬਣਾਉਣ ਦੇ ਵਿੱਚ ਨਾ ਤਾਂ ਕੋਈ ਬਹੁਤੀ ਖੇਚਲ ਹੁੰਦੀ, ਨਾ ਟਾਈਮ ਲੱਗਦਾ, ਇਸੇ ਤਰ੍ਹਾਂ ਉਹ ਵਾਹਿਗੁਰੂ ਵੀ ਭਾਈ ਇਹ ਜਿਤਨਾ ਵੱਡਾ ਸੰਸਾਰ ਹੈ ਨਾ
ਤੇ ਇਹਨੂੰ ਉਹਨਾਂ ਬੱਚਿਆਂ ਵਾਂਗੂ, ਜਿਵੇਂ ਬੱਚੇ ਮਿੱਟੀ ਦੇ ਘਰ ਬਣਾਉਂਦੇ ਨੇ, ਢਾਹ ਦਿੰਦੇ ਨੇ, ਇਸੇ ਤਰ੍ਹਾਂ ਅਨੇਕਾਂ ਜੁਗਤੀਆਂ ਨਾਲ ਉਹ ਸੰਸਾਰ ਨੂੰ ਰਚ ਕੇ ਸਥਾਪਨ ਕਰਦਾ ਹੈ ਤੇ ਫਿਰ ਉਸ ਨੂੰ ਨਾਸ਼ ਕਰ ਦਿੰਦਾ ਹੈ। ਅਬਿਨਾਸੀ ਨਾਹੀ ਕਿਛ ਖੰਡ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਵਾਹਿਗੁਰੂ ਅਬਿਨਾਸ਼ੀ, ਨਾਸ਼ ਤੋਂ ਰਹਿਤ ਹੈ। ਨਾ ਹੀ ਕਿਛ ਖੰਡ, ਬਈ ਉਹਦੇ ਵਿੱਚ ਕੋਈ ਕਿਸੇ ਕਿਸਮ ਦਾ ਖੰਡ ਦਾ ਅਰਥ ਹੈ ਭਾਗ ਨਹੀਂ ਹੈ। ਭਾਵ ਉਸ ਵਾਹਿਗੁਰੂ ਦੇ ਕਦੇ ਟੁਕੜੇ ਨਹੀਂ ਹੋ ਸਕਦੇ। ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਵਾਹਿਗੁਰੂ ਦਾ ਕੋਈ ਇੱਕ ਅੰਗ ਦੇਖਿਆ ਹੈ। ਉਹ ਵਾਹਿਗੁਰੂ ਅਖੰਡ ਹੈ ਤੇ ਅਬਿਨਾਸ਼ੀ, ਨਾਸ਼ ਤੋਂ ਰਹਿਤ ਹੈ। ਧਾਰਨ ਧਾਰ ਰਹਿਓ ਬ੍ਰਹਮੰਡ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਾਰੇ ਬ੍ਰਹਮੰਡਾਂ ਦੀ ਧਾਰਣਾ ਨੂੰ ਧਾਰਨ ਕਰ ਰਿਹਾ ਹੈ। ਭਾਵ ਬ੍ਰਹਮੰਡ ਇੱਕ ਨਹੀਂ, ਕਰੋੜਾਂ ਬ੍ਰਹਮੰਡ ਖੰਡ ਨੇ। ਕੋਟ ਬ੍ਰਹਮੰਡ ਕੋ ਠਾकुर स्वामी, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੈ ਨਿਤਸਾਰ ਸੰਭਾਲੈ, ਗੁਣ ਨਹੀਂ ਮੂਰਖ ਜਾਤਾ ਰੇ। ਹਾਜ਼ੂਰ ਕਹਿੰਦੇ ਨੇ ਉਹ ਸਾਰੇ ਬ੍ਰਹਮੰਡਾਂ ਨੂੰ, ਸਾਰੇ ਬ੍ਰਹਮੰਡਾਂ ਦੀ ਧਾਰਨਾ ਨੂੰ ਧਾਰ ਰਿਹਾ ਹੈ। ਭਾਵ ਆਪਣੀ ਸ਼ਕਤੀ ਆਸਰੇ ਉਹਨਾਂ ਨੂੰ ਟਿਕਾ ਰਿਹਾ ਹੈ। ਅਲਖ ਅਭੇਵ ਪੁਰਖ ਪ੍ਰਤਾਪ। ਉਹ ਵਾਹਿਗੁਰੂ ਪਰਮੇਸ਼ਰ ਦਾ ਭਾਈ ਜਿਹੜਾ ਪ੍ਰਤਾਪ ਹੈ ਨਾ, ਪੁਰਖ ਪ੍ਰਤਾਪ, ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤਾਪ, ਉਹ ਅਲਖ ਸਾਡੀ ਬੁੱਧੀ ਕਰਕੇ ਅਲਖ ਹੈ ਤੇ ਅਭੇਵ ਉਸ ਦਾ ਕੋਈ ਭੇਤ ਵੀ ਨਹੀਂ ਜਾਣ ਸਕਦਾ। ਆਪ ਜਪਾਏ ਤਾ ਨਾਨਕ ਜਾਪ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਵਾਹਿਗੁਰੂ ਆਪ ਕਿਰਪਾ ਕਰਕੇ ਆਪਣਾ ਨਾਮ ਜਪਾਵੇ ਤੇ ਤਾਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ ਹੈ। ਜਿਨ ਪ੍ਰਭ ਜਾਤਾ ਸੋ ਸੋਭਾਵੰਤ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ, ਜਿਨ ਪ੍ਰਭ ਜਾਤਾ, ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ, ਸੋ ਸੋਭਾਵੰਤ, ਤੋਂ ਭਾਈ ਸੋਭਾ ਵਾਲੇ ਸੰਸਾਰ ਵਿੱਚ ਬਣ ਗਏ। ਸਗਲ ਸੰਸਾਰ ਉਦਰੈ ਤਿਨ ਮੰਤ। ਤੇ ਜਿਹੜੇ ਐਸੇ ਮਹਾਂਪੁਰਖ ਨੇ ਭਾਈ, ਉਹਨਾਂ ਤੋਂ ਮੰਤਰ ਲੈ ਕੇ, ਭਾਵ ਉਹਨਾਂ ਤੋਂ ਉਪਦੇਸ਼ ਲੈ ਕੇ ਤੇ ਸਾਰਾ ਸੰਸਾਰ ਵੀ ਉਧਰ ਜਾਂਦਾ ਹੈ। ਪ੍ਰਭ ਕੇ ਸੇਵਕ ਸਗਲ ਉਧਾਰਨ। ਲਓ ਜਿਹੜੇ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਨੇ, ਉਹ ਸਾਰੇ ਜੀਵਾਂ ਦਾ ਹੀ ਉਧਾਰ ਕਰਦੇ ਹਨ। ਪ੍ਰਭ ਕੇ ਸੇਵਕ ਦੁਖ ਵਿਸਾਰਨ। ਲਓ ਜਿਹੜੇ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਨੇ, ਉਹ ਦੁਖੀਆਂ ਦੇ ਦੁੱਖਾਂ ਨੂੰ ਵੀ ਵਿਸਾਰਨ, ਨਾਸ਼ ਕਰਦੇ ਹਨ। ਆਪੇ ਮੇਲ ਲਏ ਕਿਰਪਾਲ। ਉਹ ਕਿਰਪਾ ਦੇ ਕਰ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਆਪਣੇ ਦਾਸ ਹਨ ਤੇ ਉਹਨਾਂ ਨੂੰ ਆਪ ਹੀ ਆਪਣੇ ਨਾਲ ਮੇਲ ਲਿਆ ਹੈ। ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਹ ਮਹਾਂਪੁਰਖ ਗੁਰਮੁਖ ਪਿਆਰੇ, ਗੁਰੂ ਸਵਾਰੇ, ਗੁਰੂ ਦੁਲਾਰੇ, ਗੁਰ ਕਾ ਸ਼ਬਦ ਜਪ, ਉਹ ਗੁਰੂ ਦੇ ਸ਼ਬਦ ਨਾਮ ਨੂੰ, ਦੀਖਿਆ ਮੰਤਰ ਨੂੰ ਜਪ ਕੇ ਭਏ ਨਿਹਾਲੋ, ਨਿਹਾਲ ਹੋ ਗਏ ਨੇ, ਆਨੰਦਿਤ ਹੋ ਗਏ ਨੇ, ਪ੍ਰਸੰਨ ਹੋ ਗਏ। ਉਨ ਕੀ ਸੇਵਾ ਸੋਈ ਲਾਗੈ। ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜੇ ਐਸੇ ਕਮਾਈ ਵਾਲੇ, ਬੰਦਗੀ ਵਾਲੇ ਗੁਰਸਿੱਖ ਮਹਾਂਪੁਰਖ ਨੇ, ਉਹਨਾਂ ਦੀ ਸੇਵਾ ਦੇ ਵਿੱਚ ਵੀ ਉਹੀ ਗੁਰਮੁਖ ਪਿਆਰਾ ਲੱਗਦਾ ਹੈ। ਜਿਸਨੋਂ ਕਿਰਪਾ ਕਰੇ ਬੜ ਭਾਗੈ। ਲੋ ਜਿਸ ਵਡ ਭਾਗੇ ਉੱਤੇ ਉਹ ਮੇਰਾ ਵਾਹਿਗੁਰੂ ਆਪ ਕਿਰਪਾ ਕਰ ਦਿੰਦਾ ਹੈ ਤੇ ਉਹੀ ਭਾਈ ਉਹਨਾਂ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਲੱਗਦਾ ਹੈ। ਨਾਮ ਜਪਤ ਪਾਵਹਿ ਬਿਸਰਾਮ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵਿਸਰਾਮ ਦਾ ਅਰਥ ਹੈ ਵੀ ਟਿਕਾਓ ਪ੍ਰਾਪਤ ਕਰ ਲੈਂਦੇ ਨੇ। ਭਾਵ ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਹੋਇਆਂ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਟਿਕ ਜਾਂਦਾ ਹੈ। ਨਾਨਕ ਤਿਨ ਪੁਰਖ ਕੋ ਊਤਮ ਕਰ ਮਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਗੁਰਮੁਖਾਂ ਨੂੰ, ਐਸੇ ਮਹਾਂਪੁਰਖਾਂ ਨੂੰ ਸਭ ਤੋਂ ਉੱਤਮ ਕਰਕੇ ਨਿਸ਼ਚਾ ਕਰਨਾ ਚਾਹੀਦਾ ਹੈ। ਐਸੇ ਮਹਾਂਪੁਰਖ ਸਾਰਿਆਂ ਤੋਂ ਉੱਤਮ ਨੇ, ਸਾਰਿਆਂ ਤੋਂ ਮਹਾਨ ਨੇ, ਸਾਰਿਆਂ ਤੋਂ ਸ੍ਰੇਸ਼ਟ ਹਨ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਐਸੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ ਤੇ ਫਿਰ ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਜੋ ਵੀ ਉਹ ਕੁਛ ਕਰਦੇ ਨੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹੀ ਕਰਦੇ ਨੇ। ਉਹ ਪ੍ਰੇਮ ਤੋਂ ਬਿਨਾਂ ਹੋਰ ਕੁਝ ਕਰਦੇ ਹੀ ਨਹੀਂ। ਜੋ ਕੁਛ ਕਰੈ ਸੋ ਪ੍ਰਭ ਕੈ ਰੰਗ। ਹੁਣ ਇੱਕ ਪੁਰਖ ਇੱਕ ਬਚਨ ਦੇ ਵਿੱਚ ਇਹ ਅੱਗੇ ਸਤਿਗੁਰੂ ਉਚਾਰਨ ਕਰਦੇ ਨੇ ਵੀ ਵਾਹਿਗੁਰੂ ਦਾ ਪਿਆਰਾ ਜੋ ਵੀ ਕੁਛ ਕਰਦਾ ਹੈ ਉਸ ਵਾਹਿਗੁਰੂ ਦੇ ਰੰਗ ਵਿੱਚ, ਉਹਦੇ ਪਿਆਰ ਦੇ ਵਿੱਚ ਹੀ ਕਰਦਾ ਹੈ।
ਸਦਾ ਸਦਾ ਬਸੈ ਹਰ ਸੰਗ। ਕਿਉਂਕਿ ਉਹਨਾਂ ਦੇ ਨਾਲ ਸਦਾ ਸਦਾ ਉਹ ਵਾਹਿਗੁਰੂ ਪਰਮੇਸ਼ਰ ਉਹਨਾਂ ਦੇ ਨਾਲ ਵਸਦਾ ਹੈ। ਇਸੇ ਲਈ ਜੋ ਵੀ ਕੁਛ ਉਹ ਕਰਦੇ ਨੇ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਹੀ, ਪ੍ਰੇਮ ਦੇ ਰੰਗ ਵਿੱਚ ਹੀ ਰੰਗੇ ਕਰਦੇ ਹਨ। ਸਹਿਜ ਸੁਭਾਏ ਹੋਵੈ ਸੋ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਹਿਜ ਸੁਭਾਏ ਦਾ ਅਰਥ ਹੈ ਵੀ ਸੁਤੇ ਸਿੱਧ ਹੀ, ਭਾਵ ਉਹ ਕੋਈ ਵਿਸ਼ੇਸ਼ ਯਤਨ ਨਹੀਂ ਕਰਦੇ, ਸੁਤੇ ਸਿੱਧ ਹੀ ਜੋ ਕੁਝ ਹੋਣਾ ਹੁੰਦਾ ਉਹਨਾਂ ਦੇ ਪਾਸੋਂ ਹੋ ਰਿਹਾ ਹੈ। ਕਰਨੈ ਹਾਰ ਪਛਾਣੈ ਸੋਏ। ਕਿਉਂਕਿ ਉਹ ਕਰਨਹਾਰ ਤਾਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਹੀ ਪਛਾਣਦੇ ਨੇ, ਇਸ ਲਈ ਉਹ ਆਪ ਤਾਂ ਕਰਤੇ ਬਣਦੇ ਹੀ ਨਹੀਂ। ਉਹ ਕਹਿੰਦੇ ਨੇ ਜੋ ਵਾਹਿਗੁਰੂ ਪਰਮੇਸ਼ਰ ਨੇ ਕਰਵਾਉਣਾ ਉਹ ਸਾਡੇ ਪਾਸੋਂ ਕਰਵਾ ਰਿਹਾ ਹੈ। ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਲੋ ਇਸ ਦੇ ਨਾਲ ਹੀ ਭਾਈ ਜੋ ਉਸ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਹੈ ਉਹ ਵਾਹਿਗੁਰੂ ਦੇ ਪਿਆਰਿਆਂ ਨੂੰ ਮਿੱਠਾ ਲੱਗਦਾ ਹੈ। ਇਹਦਾ ਮਤਲਬ ਇਹ ਹੈ ਜਿਹੋ ਜਿਹਾ ਮਾਹੌਲ, ਜਿਹੋ ਜਿਹਾ ਸਮਾਂ ਵਾਹਿਗੁਰੂ ਪਰਮੇਸ਼ਰ ਬਣਾ ਦੇਵੇ ਤੇ ਵਾਹਿਗੁਰੂ ਦੇ ਪਿਆਰੇ ਉਸੇ ਨੂੰ ਹੀ ਪ੍ਰਵਾਨ ਕਰਦੇ ਨੇ। ਵਾਹਿਗੁਰੂ ਦਾ ਕੀਤਾ ਉਹਨਾਂ ਨੂੰ ਮਿੱਠਾ ਲੱਗਦਾ ਹੈ। ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਲਓ ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਹੈ ਤੇ ਉਹੋ ਜਿਹਾ ਉਹਨਾਂ ਨੂੰ ਨਜ਼ਰ ਆ ਜਾਂਦਾ ਹੈ, ਭਾਵ ਉਹ ਭਰਮ ਭੁਲੇਖਿਆਂ ਵਿੱਚ ਨਹੀਂ ਪੈਂਦੇ, ਅਸਲੀ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਕਰਦੇ ਹਨ। ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਲੋ ਹਜ਼ੂਰ ਕਹਿੰਦੇ ਨੇ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਤੋਂ ਉਹ ਪੈਦਾ ਹੋਏ ਨੇ ਤੇ ਫਿਰ ਉਸੇ ਵਾਹਿਗੁਰੂ ਦੇ ਵਿੱਚ ਹੀ ਉਹ ਲੀਨ ਹੋ ਗਏ। ਹੋਏ ਸੁਖ ਨਿਧਾਨ ਉਨਹੂ ਬਨ ਆਏ। ਲੋ ਹਜ਼ੂਰ ਕਹਿੰਦੇ ਨੇ ਭਾਈ ਉਹ ਜਿਹੜੇ ਸੁਖਾਂ ਦੇ ਨਿਧਾਨ ਖਜ਼ਾਨੇ ਨੇ ਉਹ ਸਾਰੇ ਉਹਨਾਂ ਨੂੰ ਹੀ ਬਣੇ ਆਏ ਨੇ, ਉਹਨਾਂ ਨੂੰ ਹੀ ਫਵੇ ਨੇ, ਉਹਨਾਂ ਨੂੰ ਹੀ ਪ੍ਰਾਪਤ ਹੋਏ ਹਨ। ਆਪਸ ਕਉ ਆਪ ਦੀਨੋ ਮਾਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਪਸ ਕਉ, ਆਪਣੇ ਆਪ ਨੂੰ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਮਾਣ ਦਿੱਤਾ ਹੈ। ਇਹਦਾ ਮਤਲਬ ਇਹ ਹੈ ਤੇ ਉਹਨਾਂ ਮਹਾਂਪੁਰਖਾਂ ਦੇ ਅੰਦਰ ਵੀ ਤੇ ਵਾਹਿਗੁਰੂ ਪਰਮੇਸ਼ਰ ਦੇ ਅੰਦਰ ਵੀ ਕੋਈ ਫਰਕ ਨਹੀਂ ਰਹਿ ਜਾਂਦਾ। ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਜੀ ਉਹਨਾਂ ਭਗਤਾਂ ਨੂੰ ਮਾਣ ਦਿੱਤਾ ਹੈ, ਆਪਸ ਕੋ ਆਪ ਦੀਨੋ ਮਾਨ, ਆਪਣੇ ਆਪ ਨੂੰ ਆਪ ਹੀ ਉਸਨੇ ਮਾਣ ਦਿੱਤਾ ਹੈ, ਕਿਉਂਕਿ ਭਗਤ ਵੀ ਵਾਹਿਗੁਰੂ ਦਾ ਹੀ ਰੂਪ ਹੋਏ ਹੋਏ ਨੇ। ਇਸ ਲਈ ਉਸ ਵਾਹਿਗੁਰੂ ਨੇ ਜੋ ਉਹਨਾਂ ਨੂੰ ਮਾਣ ਦਿੱਤਾ ਹੈ, ਸਮਝ ਲਓ ਆਪ ਨੂੰ ਹੀ ਉਸਨੇ ਇਹ ਮਾਣ ਦਿੱਤਾ ਹੈ। ਨਾਨਕ ਪ੍ਰਭ ਜਨ ਏਕੋ ਜਾਨ। ਲੋ ਮੁਕਤੀ ਗੱਲ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਵੀ ਤੇ ਜਨ ਉਸਦਾ ਦਾਸ ਵੀ ਅਸੀਂ ਤਾਂ ਇੱਕ ਰੂਪ ਹੀ ਜਾਣਿਆ ਹੈ। ਉਸ ਵਾਹਿਗੁਰੂ ਪਰਮੇਸ਼ਰ ਵਿੱਚ ਤੇ ਵਾਹਿਗੁਰੂ ਦੇ ਦਾਸ ਦੇ ਵਿੱਚ ਕੋਈ ਫਰਕ ਨਹੀਂ ਹੈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਨ੍ਹਾਂ ਨਾ ਵਿਸਰੈ ਨਾਮ ਸਨੇ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਇਹ ਉਹਨਾਂ ਮਹਾਂਪੁਰਖਾਂ ਦੀ ਗੱਲ ਹੈ ਜਿਹੜੇ ਭਗਤੀ ਕਰਕੇ ਉਸ ਵਾਹਿਗੁਰੂ ਦੇ ਵਿੱਚ ਲੀਨ ਹੋ ਗਏ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਹਜ਼ੂਰ ਕਹਿੰਦੇ ਨੇ ਵਾਹਿਗੁਰੂ ਤੇ ਵਾਹਿਗੁਰੂ ਦੇ ਜਨ ਇੱਕੋ ਜਾਨ, ਬਈ ਸਾਨੂੰ ਤੇ ਇੱਕ ਰੂਪ ਹੀ ਪ੍ਰਤੀਤ ਹੁੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ